ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਪੰਜਵਾ। ਕਬੀਰ ਚਾਵਲ ਕਾਰਣੇ ਤੁਖ ਕੋ ਮੋਹਲੀ ਲਾਏ। ਸੰਗ ਕੁਸੰਗੀ ਬੈਸਤੇ ਤਾ ਪੁੱਛੇ ਧਰਮ ਰਾਏ। ਕਬੀਰ ਚਾਵਲ ਕਾਰਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਭੁਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਪੰਜਵਾ। ਜਿਵੇਂ ਕਿ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਜੋ ਪਾਵਨ ਗੁਰਬਾਣੀ ਹੈ ਤਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ। ਮਹੱਲਾ ਪੰਜਵਾ ਦਾ ਭਾਵ ਇਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਹਨ, ਪਰ ਅੱਗੇ ਨਾਮ ਕਬੀਰ ਸਾਹਿਬ ਦਾ ਲਿਖ ਰਹੇ ਨੇ। ਕਬੀਰ ਜੀ ਦੇ ਨਾਮ 'ਤੇ ਬਾਣੀ ਉਚਾਰ ਰਹੇ ਨੇ, ਜਿਸ ਦਾ ਭਾਵ ਇਹ ਹੈ ਕਿ ਜਿਵੇਂ ਗੁਰੂ ਘਰ ਵੱਲੋਂ ਸਿਰੋਂ ਪਾਉ ਦੀ ਬਖਸ਼ਿਸ਼ ਹੁੰਦੀ ਹੈ ਅਤੇ ਜਿਸ ਨੂੰ ਸਿਰੋਂ ਪਾਉ ਮਿਲ ਜਾਏ ਸਿਰੋਂ ਪਾਉ ਉਸੇ ਦਾ ਹੀ ਹੋ ਜਾਂਦਾ ਹੈ। ਇੰਝ ਬਾਣੀ ਦਾ ਪੰਜਵੇਂ ਪਾਤਸ਼ਾਹ ਜੀ ਦੀ ਹੈ, ਪਰ ਕਬੀਰ ਦੇ ਨਾਮ ਦੇ ਉਚਾਰੀ ਹੋਣ ਕਰਕੇ ਕਬੀਰ ਜੀ ਦੀ ਹੋਈ ਸਮਝਣੀ ਹੈ। ਇੱਕ ਦ੍ਰਿਸ਼ਟਾਂਤ ਦਿੰਦੇ ਨੇ, ਇੱਕ ਉਦਾਹਰਨ ਦਿੰਦੇ ਨੇ। ਜਿਵੇਂ ਆਪਾਂ ਤੂਆਂ ਦੇ ਵਿੱਚੋਂ ਚੌਲ ਕੱਢਦੇ ਹਾਂ। ਪੁਰਾਣਾ ਸਮਾਂ ਸੀਗਾ ਕਿ ਗਾਹ ਪਾਇਆ ਜਾਂਦਾ, ਗਾਹ ਯਾਨੀ ਕਿ ਕਣਕ ਜਾਂ ਝੋਨਾ ਖਿਲਾਰ ਕੇ ਉਹਦੇ ਉੱਪਰ ਬਲਦ ਘੁਮਾਏ ਜਾਂਦੇ ਸਨ। ਉਹਨਾਂ ਦੇ ਪੌੜਾਂ ਦੇ ਨਾਲ ਕਣਕ ਪ੍ਰਾਪਤ ਹੁੰਦੀ, ਝੋਨਾ ਪ੍ਰਾਪਤ ਹੁੰਦਾ, ਜਿਹਨੂੰ ਤੁਸੀਂ ਧਾਨ ਬੋਲਦੇ ਹੋ। ਤੋ ਵੱਖਰੇ ਹੋ ਜਾਂਦੇ, ਚੌਲ ਵੱਖਰੇ ਹੋ ਜਾਂਦੇ। ਅੱਜ ਕੱਲ੍ਹ ਸ਼ੈਲਰ ਨੇ, ਬੜੇ ਬੜੇ ਵੱਡੀਆਂ ਫੈਕਟਰੀਆਂ ਨੇ, ਜਾਂ ਸਾਡੇ ਪਿੰਡ ਦੀਆਂ ਚੱਕੀਆਂ ਵੀ ਇਹ ਕੰਮ ਕਰਦੀਆਂ ਨੇ, ਜਿਹਨੂੰ ਕਹਿੰਦੇ ਆਪਾਂ ਝੋਨਾ ਛਡਾਉਣਾ, ਚੌਲਾਂ ਨੂੰ ਵੱਖਰੇ ਕਰ ਲੈਣਾ, ਤੋ ਜਿਹੜੇ ਨੇ ਉਹ ਖਾਲੀ ਛੱਡ ਦੇਣੇ। ਇੱਕ ਦ੍ਰਿਸ਼ਟਾਂਤ ਭਗਤ ਕਬੀਰ ਸਾਹਿਬ ਜੀ ਦਿੰਦੇ ਹਨ, ਪਿਆਰ ਨਾਲ ਸੁਣੋ ਜੀ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਬੀਰ ਸਾਹਿਬ ਦੇ ਨਾਮ 'ਤੇ ਇਹ ਗੁਰਬਾਣੀ, ਇਹ ਸ਼ਲੋਕ ਉਚਾਰਨ ਕਰ ਰਹੇ ਹਨ। ਕਬੀਰ ਚਾਵਲ ਕਾਰਣੇ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਵੇਂ ਚੌਲਾਂ ਨੂੰ ਕੱਢਣ ਵਾਸਤੇ, ਭਾਵ ਚੌਲਾਂ ਦੀ ਸੰਗਤ ਕਰਨੇ ਕਰਕੇ ਤੁਖ ਕੋ ਮੋਹਲੀ ਲਾਏ। ਜਿਹੜੇ ਤੋ ਹੁੰਦੇ ਨੇ ਚੌਲਾਂ ਦੇ ਉੱਪਰ ਛਿੱਕੜ ਫੂਸ, ਉਹਨਾਂ ਨੂੰ
ਮੋਹਲੀਆਂ ਛੋਟਾ ਮੂਸਲ ਲਾਉਂਦੇ ਨੇ, ਮਤਲਬ ਕੁੱਟਦੇ ਨੇ ਮੋਹਲਿਆਂ ਦੇ ਨਾਲ, ਮੂਸਲਾਂ ਦੇ ਨਾਲ ਕੁੱਟਦੇ ਹਨ। ਸੰਗ ਕੁਸੰਗੀ ਬੈਸਤੇ। ਇਸੇ ਪ੍ਰਕਾਰ ਜਿਹੜੇ ਜਦੋਂ ਖੋਟੀ ਸੰਗਤ ਕਰਨ ਵਾਲੇ ਪੁਰਖ ਦੇ ਨਾਲ ਬੈਠਦੇ ਹਨ, ਤਬ ਪੁੱਛੇ ਧਰਮ ਰਾਜ। ਤਾਂ ਪਰਲੋਕ ਦੇ ਵਿੱਚ ਗਿਆ, ਤਦੋਂ ਉਹਨਾਂ ਤੋਂ ਧਰਮ ਰਾਜਾ ਕੀਤੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਪੁੱਛਣਾ ਕਰੇਗਾ ਕਿ ਤੁਸੀਂ ਦੁਨੀਆ ਵਿੱਚ ਗਏ ਸੀ, ਕਿਹਦੇ ਕੋਲ ਬਹਿ ਕੇ ਆਏ ਹੋ, ਕਾਲੀਆਂ ਕਰਤੂਤਾਂ ਕਰਕੇ ਆਏ ਹੋ, ਕਿਉਂ ਇਸ ਤਰ੍ਹਾਂ ਸੋ ਮਾੜੇ ਕਰਮ ਵਾਲੇ ਦਾ ਸਾਥ ਦਿੱਤਾ। ਇਸ ਵਾਸਤੇ ਜਿਵੇਂ ਗੌਤਮ ਰਿਸ਼ੀ ਨੇ ਕੁਕਰਮ ਦਾ ਅਹਲਿਆ ਤੇ ਇੰਦਰ ਨੇ ਕੀਤਾ, ਪਰ ਜਿਹੜੇ ਉਹਨਾਂ ਦੋਨਾਂ ਦੇ ਸਹਾਇਕ ਸਨ, ਅਹਲਿਆ ਦੀ ਸਹਾਇਕ ਉਹਦੀ ਆਪਦੀ ਸਗੀ ਧੀ ਸੀਗੀ, ਅੰਜਨੀ ਨੂੰ ਸ਼ਰਾਪ ਦੇ ਦਿੱਤਾ ਕਿ ਤੇਰੇ ਕੁਆਰੀ ਦੇ ਪੇਟੋਂ ਪੁੱਤਰ ਜਨਮ ਲਏਗਾ। ਤੇ ਜਿਹੜਾ ਕੁੱਕੜ ਸੀਗਾ ਤੇ ਚੰਦਰਮਾ ਸੀ, ਉਹ ਇੰਦਰ ਦੇ ਸਹਾਇਕ ਸਨ। ਕੁੱਕੜ ਨੇ ਬਾਂਗ ਦਿੱਤੀ, ਉਹਨੂੰ ਸ਼ਰਾਪ ਦੇ ਦਿੱਤਾ ਵੀ ਜਾ, ਕਲਯੁਗੀ ਮਨੁੱਖ ਤੇਰੇ ਤੇ ਯਕੀਨ ਨਹੀਂ ਕਰਿਆ ਕਰਨਗੇ, ਜਿੰਨਾ ਮਰਜ਼ੀ ਰੌਲਾ ਪਾਈ ਜਾ। ਕੁੱਕੜ ਦੀ ਬਾਂਗ ਪਹਿਲਾਂ ਅੰਮ੍ਰਿਤ ਵੇਲੇ 4 ਵਜੇ ਹੁੰਦੀ ਸੀ, ਅੱਜ ਕੱਲ੍ਹ ਉਹ ਦਿਨੇ ਹੀ ਬੋਲੀ ਜਾਂਦੇ ਨੇ, ਕੋਈ ਵਿਸ਼ਵਾਸ ਨਹੀਂ ਕਰਦਾ। ਇਸੇ ਤਰ੍ਹਾਂ ਚੰਦਰਮਾ ਨੂੰ ਗਿੱਲਾ ਕਸ਼ਹਿਰਾ ਮਾਰ ਕੇ ਕਲੰਗੀ ਕਰ ਦਿੱਤਾ, ਉਹ ਅੱਜ ਤੱਕ ਉਹਦੇ ਵਿੱਚ ਦਾਗ ਪਿਆ ਹੋਇਆ, ਅਤੇ ਸ਼ਰਾਪ ਦੇ ਦਿੱਤਾ ਵੀ ਜਾ ਵਾਧਾ ਘਟਦਾ ਰਹੇਗਾ। ਤੋ ਇਸ ਤਰ੍ਹਾਂ ਜਿਹੜੇ ਕੁਸੰਗੀ ਮਾੜੇ ਬੰਦੇ ਦਾ ਸੰਗ ਕਰਦੇ ਨੇ, ਉਹਦੇ ਕੋਲ ਬੈਠਦੇ ਨੇ, ਉਹਦਾ ਸਾਥ ਦਿੰਦੇ ਨੇ, ਉਹਦੀ ਹਾਂ ਵਿੱਚ ਹਾਂ ਮਿਲਾਉਂਦੇ ਨੇ। ਮੰਨ ਲਓ ਕਿਸੇ ਨੂੰ ਕੋਟੀ ਪੈ ਰਹੀ ਆ, ਮੇਰੇ ਵਰਗਾ ਲਾਗੇ ਖਲੋਤਾ ਹੀ ਹੜ ਹੜ ਕਰ ਰਿਹਾ ਵੀ ਹਾਂ ਜੀ ਇਹਦੀ ਗਲਤੀ ਹੈ ਜੀ, ਕੁੱਟੋ ਜੀ। ਮਾੜੇ ਬੰਦੇ ਨੂੰ ਛਡਾਉਣਾ ਚਾਹੀਦਾ ਕਿ ਹੋਰ ਪ੍ਰਮੋਟ ਕਰਨਾ ਚਾਹੀਦਾ ਦੂਸਰੇ ਨੂੰ? ਤੇ ਇਸ ਵਾਸਤੇ ਡੰਡਾ ਲਿਆ ਕੇ ਫੜਾ ਦੇਣਾ, ਉਹ ਜਿੰਨਾ ਬਾਪ ਕਰਨ ਵਾਲੇ ਦਾ ਹੈ ਉਹਨਾਂ ਉਹਦੇ ਸਹਾਇਕ ਦਾ ਹੈ, ਹਾਂ ਵਿੱਚ ਹਾਂ ਮਿਲਾਉਣ ਦਾ ਹੈ। ਇਸ ਵਾਸਤੇ ਉਹ ਕੁਸੰਗੀ ਜਿਹੜੇ ਲੋਕ ਨੇ ਉਹਨਾਂ ਦੇ ਪਾਸ ਬੈਠਣਾ ਵਿਵਰਜਿਤ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਗੁਰੂ ਸਾਹਿਬਾਨਾਂ ਨੇ ਜ਼ਾਲਮ ਬਾਦਸ਼ਾਹਾਂ ਦਾ ਸਾਥ ਨਹੀਂ ਦਿੱਤਾ, ਬਲਕਿ ਉਹਨਾਂ ਦੀ ਵਿਰੋਧਤਾ ਕੀਤੀ ਹੈ। 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਸਾਹਿਬ ਜੀ ਨੇ ਪ੍ਰਣ ਕੀਤਾ ਸੀ ਕਿ ਅਸੀਂ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ, ਤੇ ਉਹਨੇ ਗੁਰੂ ਸਾਹਿਬ ਨੂੰ ਜਾਣ ਬੁੱਝ ਕੇ ਬੁਲਾਵਾ ਭੇਜਿਆ। ਤਾਂ ਮਹਾਰਾਜ ਕਹਿੰਦੇ ਵੀ ਸਾਡੇ ਨਾਲ ਤੇਰਾ ਕੀ ਕੰਮ ਹੈ? ਕਹਿੰਦੇ ਜੀ ਵੈਸੇ ਮਿਲ ਕੇ ਬਚਨ ਵਿਲਾਸ, ਕਹਿੰਦੇ ਬਚਨ ਵਿਲਾਸ ਦੀ ਗੱਲ ਹੈ ਤੇ ਮੈਂ ਆਪਦਾ ਕੋਈ ਨੁਮਾਇੰਦਾ ਭੇਜ ਦਿੰਦਾ। ਕਹਿੰਦਾ ਜੀ 7 ਵਚਨ, ਸਾਹਿਬਜ਼ਾਦੇ ਤਾਂ ਗਏ ਕੋਈ ਨਹੀਂ, ਆਪਣਾ ਜਿਹੜੇ ਗੁਰਸਿੱਖ ਸਨ ਉਹਨਾਂ ਵਿੱਚੋਂ ਤਾਂ ਕਿਸੇ ਦੇ ਜਾਣ ਦਾ ਹੀਆ ਨਹੀਂ ਪਿਆ, ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਬੰਦਾ ਜਿਉਂਦਾ ਨਹੀਂ ਆਊਗਾ। 5ਵੇਂ ਪਾਤਸ਼ਾਹ ਦੀ ਸ਼ਹੀਦੀ ਜਹਾਂਗੀਰ ਦੇ ਬੁਲਾਉਣ ਦੇ ਨਾਲ ਹੀ ਉੱਥੇ ਹੋਈ, ਤੇ ਗੁਰੂ ਸਾਹਿਬ ਵਾਪਸ ਨਹੀਂ ਆਏ। ਇਸ ਲਈ ਜ਼ਾਲਮ ਬਾਦਸ਼ਾਹ ਦੇ ਮੱਥੇ ਲੱਗਣਾ ਮਾੜਾ, ਕੀ ਤਾਂ ਉਹਨਾਂ ਕੀ ਕਹਿ ਦੇਣਾ, ਉਹਨਾਂ ਦੀ ਜ਼ਬਾਨ ਹੀ ਚੱਲਣੀ, ਅਗਲੇ ਦੀ ਜ਼ਿੰਦਗੀ ਖਤਮ ਹੋ ਜਾਣੀ। ਤਾਂ ਮਹਾਰਾਜ ਨੇ ਬਾਬਾ ਰਾਮ ਰਾਏ ਜੀ ਦੀ ਡਿਊਟੀ ਲਾਈ। ਤਾਂ ਬਾਬਾ ਰਾਮ ਰਾਏ ਨੂੰ ਸਮਝਾ ਕੇ, ਚੰਗੀ ਤਰ੍ਹਾਂ ਬੁਝਾ ਕੇ, ਚੰਗੀ ਤਰ੍ਹਾਂ ਕਹਿ ਕੇ ਭੇਜਿਆ ਕਿ ਬਹੁਤਾ ਸ਼ੋਭਤ ਨਹੀਂ ਕਰੀਦੀ, ਵੱਡੇ ਬੰਦਿਆਂ ਨਾਲ ਕੰਮ ਦੀ ਗੱਲ ਕਰੋ, ਆਪਦੇ ਘਰ ਵਾਪਸ ਆਓ। ਪਰ ਰਾਮ ਰਾਏ ਜੀ ਨੇ ਹੱਦੋਂ ਵੱਧ ਸ਼ਕਤੀਆਂ ਦਿਖਾਈਆਂ। ਫਿਰ ਗੁਰੂ ਸਾਹਿਬ ਦੀ ਬਾਣੀ ਨੂੰ ਚੇਂਜ ਕੀਤਾ, ਜ਼ਬਾਨੀ ਬਦਲਿਆ। ਗੁਰੂ ਹਰਿ ਸਾਹਿਬ ਜੀ ਨਾਰਾਜ਼ ਹੋ ਗਏ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਰਾਮ ਰਾਏ ਨੂੰ ਖਾਰਜ ਕਰ ਦਿੱਤਾ। ਫਿਰ ਰਾਮ ਰਾਏ ਨੇ ਈਰਖਾ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੁਲਾਇਆ
ਤਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਵੀ ਪ੍ਰਣ ਕੀਤਾ ਸੀ ਵੀ ਮੈਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੂੰਗਾ। ਪਿਤਾ ਜੀ ਦਾ ਹੁਕਮ ਸੀਗਾ। ਜ਼ਾਲਮ ਬਾਦਸ਼ਾਹ ਦੇ ਕੋਲ ਬੈਠਣ ਤੋਂ ਸਾਨੂੰ ਵੀ ਕੋਈ ਇਸ ਤਰ੍ਹਾਂ ਦਾ ਆਖੇਗਾ। ਇਸ ਲਈ ਕਿਸੇ ਮਾੜੇ ਬੰਦੇ ਨੂੰ ਉਹਦੇ ਕੋਲ ਬਹਿ ਕੇ ਪ੍ਰਮੋਟ ਕਰਨਾ ਇੱਕ ਬਹੁਤ ਵੱਡਾ ਪਾਪ ਹੈ। ਫਿਰ ਸੰਗਤਾਂ ਨੇ ਬੇਨਤੀ ਕੀਤੀ, ਰਾਜਾ ਰਾਮ ਨੇ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਉਹਦੇ ਬੰਗਲਾ ਦੇ ਵਿੱਚ ਬਿਰਾਜਮਾਨ ਹੋਏ। ਬੰਗਲਾ ਸਾਹਿਬ ਸੁਸ਼ੋਭਿਤ ਹੈ। ਔਰੰਗਜ਼ੇਬ ਨੇ ਮਿਲਣ ਦਾ ਟਾਈਮ ਮੰਗਿਆ। ਮਹਾਰਾਜ ਕਹਿੰਦੇ ਨਹੀਂ ਬਈ, ਸਾਡੇ ਨਾਲ ਤੇਰਾ ਕੋਈ ਕੰਮ ਨਹੀਂ। ਕਹਿੰਦਾ ਜੀ ਵੈਸੇ ਮੈਂ ਦਰਸ਼ਨ ਕਰਨੇ ਨੇ। ਮਹਾਰਾਜ ਕਹਿੰਦੇ ਦਰਸ਼ਨ ਦਾ ਸਿੱਖ ਕਰਦੇ, ਤੂੰ ਤਾਂ ਸਾਡਾ ਸਿੱਖ ਹੈ। ਅਸੀਂ ਤੈਨੂੰ ਦਰਸ਼ਨ ਕਿਉਂ ਦਈਏ, ਤੂੰ ਸਿੱਖ ਹੀ ਨਹੀਂ ਸਾਡਾ। ਜਦ ਬੰਦੇ ਨੇ ਗੱਲ ਹੀ ਨਹੀਂ ਮੰਨੀ, ਉਹਦੇ ਮੱਥੇ ਲੱਗਣ ਦਾ ਮਤਲਬ ਕੀ ਹੋਇਆ? ਕਹਿੰਦਾ ਜੀ ਮੈਂ ਤੁਹਾਡੀ ਗੱਲਬਾਤ ਸੁਣਨੀ ਚਾਹੁੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਆਪਾਂ ਤੇਰੇ ਨਾਲ ਬੋਲਣਾ ਹੀ ਨਹੀਂ, ਤੇਰੇ ਨਾਲ ਗੱਲਬਾਤ ਕਿਉਂ ਕਰਾਂਗੇ? ਗੁਰੂ ਸਾਹਿਬ ਨਾਰਾਜ਼ ਸੀਗੇ। ਫਿਰ ਉਹਨੇ ਬੇਨਤੀ ਕੀਤੀ ਜੀ ਮੇਰੇ ਪੁੱਤਰ ਨੂੰ ਮਿਲਣ ਦਾ ਟਾਈਮ ਦਿਓ। ਮਹਾਰਾਜ ਕਹਿੰਦੇ ਹਾਂ ਆ ਜ਼ਰੂਰ ਜਾਏ, ਸਿਰਫ ਗੱਲਬਾਤ ਹੀ ਕਰਨੀ ਹੈ ਨਾ, ਮੱਥੇ ਨਹੀਂ ਆਪਾਂ ਲੱਗਣਾ, ਨਾ ਤੇਰੇ ਮੁੰਡੇ ਦੇ ਨਾ ਤੇਰੇ। ਇੱਕ ਕਨਾਤ ਤਾਣਾਂਗੇ, ਕਨਾਤ ਦੇ ਇੱਕ ਪਾਸੇ ਅਸੀਂ ਬੈਠਾਂਗੇ, ਦੂਜੇ ਪਾਸੇ ਤੇਰਾ ਮੁੰਡਾ ਬੈਠੇਗਾ। ਉਹਨੇ ਸੋਚਿਆ ਕਿ ਮਹਾਰਾਜ ਦੀ ਉਮਰ ਛੋਟੀ ਹੈ, ਇਸ ਲਈ ਆਪਦੇ ਸਾਹਿਬਜ਼ਾਦੇ ਨੂੰ ਜਿਹੜਾ ਛੋਟੀ ਉਮਰ ਦਾ ਸੀ ਉਹਨੂੰ ਭੇਜਿਆ। ਉਹਨੇ ਬੇਨਤੀ ਕੀਤੀ ਜੀ ਮੇਰੇ ਪਿਤਾ ਨੂੰ ਕੋਈ ਉਪਦੇਸ਼ ਲੈ ਕੇ ਭੇਜੋ। ਤਾਂ ਸਾਹਿਬਾਂ ਨੇ ਵੱਡੇ ਸਤਿਗੁਰਾਂ ਦੀ ਉਚਾਰੀ ਹੋਈ ਬਾਣੀ ਦਾ ਹੀ ਸ਼ਬਦ ਭੇਜਿਆ। ਕਿਆ ਖਾਧੈ ਕਿਆ ਪੈਦਾ ਹੋਏ, ਜਮ ਨਾਹੀ ਸੱਚਾ ਸੋਏ। ਕਿਆ ਮਿੱਠਾ ਕਿਆ ਖਾਧੈ ਕਿਆ ਪੈਦਾ ਹੋਏ, ਜਮ ਨਾਹੀ ਸੱਚਾ ਸੋਏ। ਤੇ ਕਿਆ ਘਿਓ ਕਿਆ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ। ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਟੋਲ ਨਾਮ ਹੈ ਪਦਾਰਥਾਂ ਦਾ। ਖਾਣ ਨਾਲ ਕੀ ਹੋਊਗਾ? ਗੰਦਗੀ ਫੈਲਾਈ ਜਾਓ ਧਰਤੀ ਉੱਪਰ। ਜਿਹੜੀ ਸਰੀਰ ਦੀ ਪਰਵਿਸ਼ ਹੈ ਇਹਦੇ ਵਾਸਤੇ ਖਾਣਾ ਜ਼ਰੂਰੀ ਹੈ, ਪਰ ਇਹ ਥੋੜ੍ਹੋ ਵੀ ਡੰਗਰਾਂ ਵਾਂ ਖਾਈ ਜਾਓ, ਆਪ ਦਾ ਢਿੱਡ ਭਰੀ ਜਾਓ, ਦੂਜੇ ਨੂੰ ਲੁੱਟੀ ਜਾਓ। ਰਾਜੇ ਲੋਕ ਇਸ ਤਰ੍ਹਾਂ ਕਰਦੇ ਨੇ। ਅੱਜ ਕੱਲ੍ਹ ਵੀ ਇਸੇ ਤਰ੍ਹਾਂ ਹੋ ਰਿਹਾ। ਕਿਸਾਨਾਂ ਦੇ ਹੱਕ ਖੋਹ ਕੇ ਆਪਦੇ ਤੇ ਆਪਦੇ ਮਿੱਤਰਾਂ ਦੇ ਢਿੱਡ ਭਰੇ ਜਾ ਰਹੇ ਨੇ। ਬੰਦਾ ਸੋਚਦਾ ਪਤਾ ਨਹੀਂ ਢਿੱਡ ਮੈਨੂੰ ਹੀ ਲੱਗਾ ਹੋਇਆ। ਅਰਬਾਂ ਰੁਪਈਏ ਪਾ ਕੇ ਵੀ ਉਹ ਲੋਕ ਤਸੱਲੀ ਬਖਸ਼ ਨਹੀਂ ਹਨ। ਇੰਨੀ ਭੁੱਖ ਦੁਨੀਆ 'ਚ ਵਰਤੀ ਹੋਈ ਹੈ, ਪਤਾ ਨਹੀਂ ਲੋਕਾਂ ਨੂੰ ਢਿੱਡ ਕੇ ਡਰਮ ਰੱਬ ਨੇ ਲਾਏ ਨੇ। ਮਾਫ਼ ਕਰਨਾ, ਭਰਦੇ ਹੀ ਨਹੀਂ। ਡਰਮ ਵੀ ਭਰ ਜਾਂਦਾ ਘਰ ਵਿੱਚ। ਹੈਰਾਨੀ ਦੀ ਗੱਲ ਹੈ, ਇੱਕ ਇਨਸਾਨ ਸੜਕ ਤੇ ਭੁੱਖਾ ਮਰ ਰਿਹਾ, ਉਹਦਾ ਮੰਗ ਕੇ ਵੀ ਗੁਜ਼ਾਰਾ ਨਹੀਂ ਹੁੰਦਾ, ਤੇ ਦੂਜੇ ਦਾ ਅਨਾਜ ਸੜ ਰਿਹਾ ਹੈ, ਉਹਨੂੰ ਕੀੜੇ ਪੈ ਰਹੇ ਨੇ, ਉਹ ਸਮੁੰਦਰੇ ਸੁੱਟ ਰਿਹਾ, ਖੇ ਖਰਾਬ ਹੋ ਰਿਹਾ ਹੈ, ਪਰ ਉਹ ਕਿਸੇ ਨੂੰ ਦਾਨ ਨਹੀਂ ਕਰ ਰਿਹਾ। ਇਹੋ ਜਿਹੇ ਖਾਣ ਨੂੰ ਲਾਹਨਤ ਹੈ। ਫਿੱਟੇ ਮੂੰਹ ਇਹੋ ਜਿਹੇ ਖਾਣ ਨੂੰ। ਕੱਪੜਿਆਂ ਦਾ ਪਹਿਨਣਾ, ਇਹਨੂੰ ਵੀ ਲਾਹਨਤ ਹੈ। ਧਰਿਕ ਖਾਇਆ, ਧਰਿਕ ਸੋਇਆ। ਸੌਣ ਨੂੰ ਵੀ ਲਾਹਨਤ ਹੈ। ਧਰਿਕ ਕਾਪੜ ਅੰਗ ਚੜਾਇਆ। ਜਿਹੜੇ ਕੱਪੜੇ ਨੇ, ਸੂਟ ਬੂਟ ਹਨ। ਇੱਕ ਮੈਂ ਸਿਆਣੇ ਪੁਰਸ਼ ਦੀ ਗੱਲ ਸੁਣੀ, ਉਹ ਅੱਜ ਤੱਕ ਮੇਰੇ ਹਿਰਦੇ 'ਚ ਵਸੀ ਹੋਈ ਹੈ। ਸਿੰਘ ਬ੍ਰਦਰਸ ਪੁਸਤਕਾਂ ਛਾਪਣ ਵਾਲੇ ਅੰਮ੍ਰਿਤਸਰ ਸਾਹਿਬ। ਸਿੰਘ ਬ੍ਰਦਰਸ ਫਰਮ ਦੇ GM ਨੇ ਸਰਦਾਰ ਗੁਰਸਾਗਰ ਸਿੰਘ ਜੀ। ਸਿਟੀ ਸੈਂਟਰ ਉਹਨਾਂ ਦੀ ਡਿਊਟੀ ਹੈ। ਔਰ ਬੜੇ ਇੰਟੈਲੀਜੈਂਟ, ਬੜੇ ਸੁੰਦਰ ਬਚਨ ਸੁਣਾਉਂਦੇ। ਉਹ ਖੁਦ ਆਪ ਰੇਡੀਓ ਦੇ ਉੱਪਰ ਉਹਨਾਂ ਦਿਨਾਂ ਦੇ ਵਿੱਚ ਵਿਆਖਿਆ ਕਰਨ ਜਾਂਦੇ ਹੁੰਦੇ, ਜਿਹੜੀ
5 ਤੋਂ ਪੌਣੇ 6 ਜਾਂ 5 ਤੋਂ 5:30 ਉਹ ਗੁਰਬਾਣੀ ਵਿਚਾਰ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਉਹਨਾਂ ਦੀ ਵਿਆਖਿਆ ਹੁੰਦੀ। ਉਹਨਾਂ ਇੱਕ ਬਚਨ ਸੁਣਾਇਆ, ਕਹਿੰਦੇ ਮੇਰੇ ਖਿਆਲ ਮੁਤਾਬਕ ਜਿਹੜੇ ਅਸੀਂ ਸੂਟ ਬੂਟ ਆਪਦੇ ਘਰ ਆਪਦੀਆਂ ਅਲਮਾਰੀਆਂ ਦੇ ਵਿੱਚ ਵਾਧੂ ਜਮ੍ਹਾਂ ਕਰਕੇ ਰੱਖਦੇ ਆ, ਮੰਨ ਲਓ ਕੱਪੜੇ ਬਣਾਏ ਨੇ ਤੇ ਹੁਣੇ ਰਿਵਾਜ ਬਦਲ ਗਿਆ, ਚੇਂਜ ਹੋ ਗਿਆ ਤੇ ਫਿਰ ਨਵੇਂ ਬਣਾ ਲਓ, ਬਣਾਈ ਜਾਓ। ਕੋਈ ਵਿਆਹ ਆ ਗਿਆ ਤਾਂ ਬਣਾ ਲਓ, ਪਾਰਟੀ ਆ ਗਈ ਤਾਂ ਬਣਾ ਲਓ। ਢੇਰਾਂ ਦੇ ਢੇਰ, ਜਿੰਨੀਆਂ ਜੁੱਤੀਆਂ ਜਮ੍ਹਾਂ ਕੀਤੀਆਂ, ਜਿੰਨੇ ਕੱਪੜੇ ਜਮ੍ਹਾਂ ਕੀਤੇ, ਉਹ ਸਾਡਾ ਲਾਲਚ ਹੈ। ਸਮਝ ਲਓ ਕਿਸੇ ਗਰੀਬ ਦਾ ਹਿੱਸਾ ਅਸੀਂ ਆਪਦੇ ਘਰ ਰੱਖ ਲਿਆ। ਜੁੱਤੀ ਤਾਂ ਕੀ ਪਾਉਣੀ ਆ, ਸੂਟ ਤਾਂ ਕੀ ਪਾਉਣਾ, ਇੱਕ ਪਾਉਣਾ ਇੱਕ ਲਾ ਲੈਣਾ। ਤਾਂ ਅਸੀਂ ਜਿਹੜਾ ਜਮ੍ਹਾਂ ਕਰਦੇ ਆ, ਕਿਸੇ ਵਪਾਰੀ ਨੇ ਖੰਡ ਜਮ੍ਹਾਂ ਕਰ ਲਈ, ਕਿਸੇ ਨੇ ਆਲੂ, ਕਿਸੇ ਨੇ ਪਿਆਜ਼ ਜਮ੍ਹਾਂ ਕਰ ਲਏ। ਪਿੱਛੇ ਸਰਕਾਰ ਨੇ ਕਾਨੂੰਨ ਕੱਢਿਆ ਸੀ ਵੀ ਜਮ੍ਹਾਂਖੋਰੀ ਇੱਕ ਕਾਨੂੰਨੀ ਅਪਰਾਧ ਹੈ, ਪਰ ਹੁਣ ਉਹਨਾਂ ਨੇ ਆਪਦੇ ਮਿੱਤਰਾਂ ਦਾ ਢਿੱਡ ਜੋ ਭਰਨਾ ਹੋਇਆ, ਹੁਣ ਉਹ ਕਾਨੂੰਨ ਤੋੜਤਾ, ਕਹਿੰਦੇ ਕੋਈ ਅਪਰਾਧ ਨਹੀਂ ਹੈ, ਜਿੰਨਾ ਮਰਜ਼ੀ ਜਮ੍ਹਾਂ ਕਰੀ ਜਾਓ। ਸਸਤੇ ਭਾਅ ਦੇ ਨਾਲ ਸਟੋਰਾਂ ਦੇ ਸਟੋਰ ਭਰ ਲੈਣੇ, ਜਮ੍ਹਾਂਖੋਰੀ ਕਰ ਲੈਣੀ, ਜਦ ਉਹਦੀ ਪੁਕਾਰ ਪੈ ਜਾਣੀ ਮਾਰਕੀਟ ਦੇ ਵਿੱਚ ਤਾਂ ਉਹਨੂੰ ਮਹਿੰਗੇ ਮੁੱਲ ਦੇ ਵਿੱਚ ਵੇਚਣਾ, ਇਹ ਵਪਾਰੀਆਂ ਦਾ ਕੰਮ ਹੈ। ਸਾਡੇ ਵਰਗੇ ਆਮ ਇਨਸਾਨ ਵੀ ਕੋਟ ਪੈਂਟ ਸੂਟ ਬੂਟ ਜਮ੍ਹਾਂ ਕਰੀ ਜਾਂਦੇ। ਜੇ ਵਾਧੂ ਨੇ ਤਾਂ ਕਿਸੇ ਗਰੀਬ ਨੂੰ ਦਾਨ ਦਿੱਤਾ ਜਾ ਸਕਦਾ। ਸਮਝ ਲਓ ਕਿ ਕਿਸੇ ਦਾ ਹਿੱਸਾ ਆਪਾਂ ਰੱਖ ਰਹੇ ਹਾਂ। ਤੇ ਇਸ ਵਾਸਤੇ ਜਿਹੜਾ ਕੁਸੰਗੀ ਦੇ ਸੰਗ ਬੈਠਦਾ ਹੈ, ਲੇਥਨ ਨੂੰ ਪਲੇਥਨ ਲੱਗਦਾ ਹੈ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਸ਼ਬਦ ਲਿਖ ਕੇ ਭੇਜਿਆ, ਕਿਆ ਖੈਦਾ ਹੈ ਕਿਆ ਪੈਦਾ ਹੋਏ। ਮਹੱਲਾ ਪਹਿਲਾ, ਮਾਝ ਦੀ ਵਾਰ ਦੇ ਵਿੱਚ ਇਹ ਪਾਵਨ ਸ਼ਬਦ ਹੈ। ਮਹੱਲਾ ਪਹਿਲਾ, ਕਿਆ ਖਾਧਾ ਕਿਆ ਪੈਦਾ ਹੋਏ, ਜਮ ਨਾਹੀ ਸੱਚਾ ਸੋਏ। ਕਿਆ ਮਿੱਠਾ ਕਿਆ ਘਿਓ ਗੁੜ ਮਿੱਠਾ, ਕਿਆ ਮੇਵਾ ਕਿਆ ਮਾਸ, ਕਿਆ ਕਪੜ ਕਿਆ ਸੇ ਸੁਖਾਲੀ ਕੀਜੈ ਭੋਗ ਵਿਲਾਸ। ਨਾਨਕ ਸੱਚੇ ਨਾ ਬਿਨ ਸਭੇ ਟੋਲ ਵਿਨਾਸ਼। ਟੋਲਣਾ ਮੈਂ ਪਦਾਰਥਾਂ ਦਾ, ਸਾਰੇ ਜਿਹੜੇ ਪਦਾਰਥ ਨੇ ਉਹ ਨਾਸ਼ਵੰਤ ਹਨ, ਮੱਥੇ ਨਹੀਂ ਲੱਗੇ ਔਰੰਗਜ਼ੇਬ ਦੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਨਾਵੇਂ ਸਤਿਗੁਰੂ ਜੀ ਨੇ ਹਿੰਦੂ ਧਰਮ ਦੀ ਰਕਸ਼ਾ ਵਾਸਤੇ ਸੀਸ ਤਾਂ ਬਲੀਦਾਨ ਕਰ ਦਿੱਤਾ, ਪਰ ਔਰੰਗਜ਼ੇਬ ਉਹਦੀ ਗੱਲ ਨਹੀਂ ਮੰਨੀ। ਆਖਿਆ ਤੇਰਾ ਰਸਤਾ ਹੋਰ ਹੈ, ਸਾਡਾ ਹੋਰ ਹੈ। ਤੂੰ ਧਰਮ ਦੀ ਹਾਨੀ ਕਰ ਰਿਹਾ, ਅਸੀਂ ਧਰਮ ਦੀ ਰਕਸ਼ਾ ਕਰਨੀ ਹੈ। ਤੋ ਇਸ ਲਈ ਜਿਹੜਾ ਜ਼ਾਲਮ ਬਾਦਸ਼ਾਹ ਦਾ ਸਾਥ ਦਿੰਦਾ ਹੈ, ਸੋ ਵੀ ਜ਼ਾਲਮ ਮੰਨਣਾ ਚਾਹੀਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਹੀ ਨਹੀਂ ਮੰਨੀ, ਚੜ੍ਹਦੀ ਕਲਾ ਦੇ ਵਿੱਚ ਰਹੇ, ਜ਼ੁਲਮ ਦਾ ਮੁਕਾਬਲਾ ਕੀਤਾ ਡਟ ਕੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਛੋਟੀਆਂ ਮੋਟੀਆਂ 14 ਲੜਾਈਆਂ ਲੜੀਆਂ ਨੇ। ਰਾਜਿਆਂ ਨਾਲ ਸਾਡਾ ਕੰਮ ਕੀ ਹੋਇਆ? ਉਹਨਾਂ ਨੇ ਪਾਪ ਕਰਮ ਬਾਰੇ, ਦੁਨੀਆ ਦੇ ਘਾਣ ਬਾਰੇ ਸੋਚਣਾ ਹੋਇਆ, ਤੋ ਗੁਰੂ ਘਰ ਵੱਲੋਂ ਧਰਮ ਦੀ ਰਕਸ਼ਾ ਬਾਰੇ ਸੋਚਣਾ ਹੋਇਆ। ਇਸ ਲਈ ਪਾਤਸ਼ਾਹ ਜੀ ਕਬੀਰ ਸਾਹਿਬ ਦੀ ਰਚਨਾ ਦੇ ਵਿੱਚ ਸ਼ਬਦ ਰੱਖ ਕੇ ਉਪਦੇਸ਼ ਦੇ ਰਹੇ ਨੇ। ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੈ ਨਿਰਬਾਹੋ, ਸਾਖਤ ਸੰਗ ਨਾ ਕੀਜੀਐ ਜਾਤੇ ਹੋਏ ਬਨਾਹੋ। ਸਾਖਤਾਂ ਦੀ ਸੰਗਤ ਕਦੀ ਵੀ ਨਾ ਕਰੋ, ਇਹਦੇ ਨਾਲ ਨਾਸ਼ ਹੀ ਨਾਸ਼ ਹੁੰਦਾ ਹੈ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਜਿੰਨਾ ਮਰਜੀ ਬੰਦਾ ਭਲਾ ਹੋਵੇ, ਚੰਗਾ ਹੋਵੇ, ਸਿਆਣਾ ਹੋਵੇ, ਚਿੱਟੇ ਕੱਪੜੇ ਪਾ ਕੇ ਕਾਲੇ ਭਾਂਡੇ ਕੋਲ ਜਾਏਗਾ ਤਾਂ ਥੋੜ੍ਹੀ ਬਹੁਤੀ ਉਹਨੂੰ ਖਹਿਬਾਜੀ ਲੱਗ ਕੇ ਚਿੱਟਾ ਕੱਪੜਾ ਕਾਲਾ ਹੋ ਹੀ ਜਾਏਗਾ। ਇਸ ਲਈ ਕਾਲੇ ਬਰਤਨ ਦੇ ਕੋਲ ਜਾਣਾ ਹੀ ਇੱਕ ਗੁਨਾਹ ਹੈ। ਜਿਹਨੇ ਆਪਦੇ ਵਸਤਰਾਂ ਨੂੰ ਸਵਾਰ ਕੇ ਰੱਖਣਾ ਹੈ। ਤੁਸੀਂ ਵੇਖੋ ਕਿ ਚੌਲਾਂ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਵੀ ਮੋਲੇ ਲੱਗਦੇ ਹਨ। ਇਸ ਲਈ ਜਿਹੜੇ ਭਲੇ ਪੁਰਸ਼ ਕੁਸੰਗੀਆਂ ਦੀ ਸੰਗਤ ਬੈਠਦੇ ਨੇ, ਉਹਦੇ 'ਤੇ ਅਸਰ ਜ਼ਰੂਰ ਹੋ ਜਾਂਦਾ ਹੈ ਤੇ ਫਿਰ ਉਹਦਾ ਨਾਮ ਵੀ ਉਹਨਾਂ ਨਾਲ ਜੁੜ ਜਾਂਦਾ ਕਿ ਇਹ ਵੀ ਇਹਦੇ ਨਾਲ ਹੀ ਹੋਏਗਾ। ਜਿਹਦੇ ਤੋਂ ਚੋਰੀ ਦਾ ਮਾਲ ਮਿਲੇ ਉਹਨੂੰ ਵੀ ਚੋਰ ਸਮਝਿਆ ਜਾਂਦਾ, ਜਿਹੜਾ ਚੋਰ ਦਾ ਸਾਥ ਦੇਵੇ ਉਹਨੂੰ ਵੀ
ਸਜ਼ਾ ਹੁੰਦੀ ਹੈ। ਤਾਂ ਪੁੱਛੇ ਧਰਮ ਰਾਏ, ਧਰਮ ਰਾਜੇ ਦੀ ਦਰਗਾਹ ਦੇ ਵਿੱਚ ਤਦੋਂ ਪੁੱਛਿਆ ਜਾਏਗਾ ਕਿ ਤੂੰ ਮਾੜੇ ਮਨੁੱਖ ਦਾ ਸਾਥ ਕਿਉਂ ਦਿੱਤਾ ਹੈ। ਇਹ ਮਹੱਲਾ ਪੰਜਵਾਂ ਸਿਰਲੇਖ ਵਿੱਚ 2 ਪੰਕਤੀਆਂ ਦਾ ਸ਼ਲੋਕ ਹੈ। ਇਹਦੇ ਵਿੱਚ ਵੱਖਰਾ ਪ੍ਰਕਰਨ ਸੀਗਾ, ਸੋ ਪ੍ਰਕਰਨ ਸੰਪੂਰਨ ਹੋਇਆ ਹੈ ਕਿ ਕੁਸੰਗੀਆਂ ਦੀ ਸੰਗਤ ਨਾ ਕਰੋ। ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਵੀ ਆਉਂਦਾ ਹੈ, ਕਹਿੰਦੇ ਨੇ ਕਿ ਉਹ ਝੂਲੈ ਉਹ ਚੀਰੀਐ ਸਾਗ ਦੇ ਸੰਗ ਨਾ ਹੀਰ। ਜਿਹੜਾ ਕੇਲਾ ਹੈ ਕੇਲਾ, ਵੇਖੋ ਜੇ ਬੇਰੀ ਦੇ ਨਾਲ ਹੋਵੇ, ਉਹਨੂੰ ਬੇਰੀ ਦੀ ਸੰਗਤ ਹੋ ਜਾਏ, ਬੇਰੀ ਦੇ ਕੰਡੇ ਹੁੰਦੇ ਨੇ ਤੇ ਕਹਿੰਦੇ ਕੇਲੇ ਨਿਕਟ ਜੋ ਬੇਰ। ਕੇਲੇ ਦੇ ਕੋਲ ਜਿਹੜੀ ਬੇਰੀ ਹੈ, ਕੇਲੇ ਦੇ ਵੱਡੇ ਵੱਡੇ ਪੱਤਰੇ ਹੋਣ ਕਰਕੇ ਜਦ ਹਵਾ ਵਗਦੀ ਹੈ ਤੇ ਜਿਸ ਵਕਤ ਉਹ ਝੂਲਦਾ ਹੈ, ਉਹ ਝੂਲਿਆ ਉਹਦੇ ਆਨੰਦ 'ਚ ਝੂਲਦਾ ਹੈ ਕੇਲਾ, ਤੇ ਬੇਰੀ ਉਹਦੇ ਕੰਡੇ ਮਾਰ ਮਾਰ ਕੇ ਉਹਨੂੰ ਚੀਰੀ ਜਾਂਦੀ ਹੈ, ਚੀਰ ਫਾੜ ਕਰੀ ਜਾਂਦੀ ਹੈ। ਤੋ ਇਸ ਲਈ ਸਾਗਤ ਸੰਗ ਨਾ ਹੀਰ। ਸਾਗਤ ਦੇ ਕੋਲ ਬੈਠਣ ਤੋਂ, ਸ਼ੋਭਤ ਕਰਨ ਤੋਂ ਥੋੜ੍ਹਾ ਬਹੁਤਾ ਨੁਕਸਾਨ ਸਹਾਰਨਾ ਪੈਂਦਾ ਹੈ। ਬੇਰੀ ਦੇ ਕੰਡਿਆਂ ਦੀ ਤਰ੍ਹਾਂ ਆ ਵੀ ਦੁਖੀ ਹੋਣਾ ਪੈਂਦਾ ਹੈ। ਇਹ ਪ੍ਰਕਰਨ ਮਹਾਰਾਜ ਨੇ ਸੰਪੂਰਨ ਕੀਤਾ। ਅੱਗੇ ਹੁਣ ਪੌੜੀ ਵੱਖਰੇ ਪ੍ਰਕਰਨ ਵਾਲੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੌੜੀ ਉਚਾਰ ਰਹੇ ਹਨ। ਆਪੇ ਹੀ ਵੱਡ ਪਰਵਾਰ, ਪਰਮੇਸ਼ਰ ਆਪ ਹੀ ਸਰਗੁਣ ਸਰੂਪ ਦੇ ਵਿੱਚ ਸੰਸਾਰ ਰੂਪ ਵੱਡੇ ਪਰਿਵਾਰ ਵਾਲਾ ਹੈ। ਆਪੇ ਕਾਤੀਆ, ਅਤੇ ਆਪ ਹੀ ਇਕਾਂਤ ਵਿੱਚ ਰਹਿਣ ਵਾਲਾ ਨਿਰਗੁਣ ਸਰੂਪ ਹੈ। ਇਸੇ ਪ੍ਰਕਾਰ ਆਪੇ ਹੀ ਵੱਡ ਪਰਵਾਰ, ਆਪ ਹੀ ਗ੍ਰਸਤੀ ਰੂਪ ਹੋ ਕੇ ਵੱਡੇ ਪਰਿਵਾਰ ਵਾਲਾ ਹੈ। ਆਪ ਹੀ ਸਰਬ ਕਲਾ ਸਮਰੱਥ ਮਾਇਆ ਸਬਲ ਈਸ਼ਰ ਰੂਪ ਹੋ ਕੇ ਦੇਵੀ ਸਮਦਾਰੂ ਵੱਡੇ ਪਰਿਵਾਰ ਵਾਲਾ ਹੈ। ਆਪੇ ਕਾਤੀਆ, ਅਤੇ ਆਪ ਹੀ ਇਕਾਂਤ ਵਿੱਚ ਰਹਿਣ ਵਾਲਾ, ਭਾਵ ਤੁਰਿਆ ਪਦ ਵਿੱਚ ਅਸਥਿਤ ਹੋਣ ਵਾਲਾ ਤਤ ਬੇਤਾ ਰੂਪ ਹੈ। ਆਪਣੀ ਕੀਮਤ ਆਪ, ਪਰਮੇਸ਼ਰ ਨੇ ਆਪਣੀ ਪ੍ਰਾਪਤੀ ਦੀ ਕਦਰੋ ਕੀਮਤ ਆਪੇ ਹੀ ਜਾਤੀਆ, ਆਪਣੇ ਆਪ ਹੀ ਜਾਣਨਾ ਕੀਤੀ ਹੈ। ਸਭ ਕਿਛ ਆਪੇ ਆਪੇ, ਸਭ ਕੁਝ ਪਰਮੇਸ਼ਰ ਆਪਣਾ ਆਪ ਰੂਪ ਹੈ। ਆਪੇ ਉਪੰਨਿਆ, ਅਤੇ ਆਪ ਹੀ ਸ੍ਰਿਸ਼ਟੀ ਨੂੰ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ। ਆਪਣਾ ਕੀਤਾ ਆਪ, ਜੋ ਆਪਣਾ ਆਪ ਰੂਪ ਸੰਸਾਰ ਪੈਦਾ ਕੀਤਾ ਹੋਇਆ ਹੈ। ਆਪੇ ਵਰਨਿਆ, ਇਸ ਦਾ ਵਰਣਨ ਵੀ ਆਪ ਹੀ ਕਰਨੇ ਵਾਲਾ ਹੈ। ਧੰਨ ਸੋ ਤੇਰਾ ਥਾਨ, हे ਪਰਮੇਸ਼ਰ, ਉਹ ਤੇਰਾ ਸਾਧ ਸੰਗਤ ਰੂਪ ਅਸਥਾਨ ਧਨਤਾ ਦੇ ਯੋਗ ਹੈ। ਜਿੱਥੈ ਤੂੰ ਉਠਾ, ਜਿੱਥੇ ਤੂੰ ਵਸਦਾ ਪਿਆ ਹੈ। ਸਾਧ ਸੰਗਤ ਸੱਚਖੰਡ ਹੈ, ਆਏ ਝਰੋਖੈ ਖੋਲ੍ਹੈ ਬਾਰੀ। ਬੂਹੇ ਬਾਰੀਆਂ ਖੁੱਲੀਆਂ ਹੋਣ, ਹਵਾ ਹੁਵਾ ਆਉਂਦੀ ਹੋਏ, ਸਾਹ ਸੌਖਾ ਰਹਿੰਦਾ ਹੈ। ਤੇ ਅੱਜ ਕੱਲ੍ਹ ਘਰ ਏਸੀ ਤਾਂ ਬਣ ਜਾਂਦੇ ਨੇ, ਮੈਂ ਤਾਂ ਬਿਲਕੁਲ ਹੀ ਨਿਕੰਮੇ ਸਮਝਦਾ। ਨਾ ਏਸੀ ਚੱਲੇ, ਨਾ ਬਿਜਲੀ ਆਏ, ਤੇ ਨਾ ਆਪਾਂ ਹਵਾ ਲੈ ਸਕੀਏ। ਉਹ ਪੁਰਾਣੇ ਘਰਾਂ 'ਚ ਰੋਸ਼ਨਦਾਨ ਘੱਟੋ ਘੱਟ ਬਾਰੀਆਂ ਤਾਂ ਹੁੰਦੀਆਂ ਸੀ, ਬੰਦਾ ਖੋਲ੍ਹ ਕੇ ਸਾਹ ਸੌਖਾ ਤਾਂ ਲੈ ਲੈਂਦਾ ਜਾਂਦਾ। ਏਸੀ ਚੱਲਣ ਫਿਰ ਵੀ ਹੈ। ਤੋ ਇਸ ਵਾਸਤੇ ਮਾਰੇ ਕਹਿੰਦੇ ਵੀ ਸੰਗਤ 'ਚ ਬੈਠਣਾ ਤੇ ਬੂਹੇ ਬਾਰੀਆਂ ਖੋਲ੍ਹ ਕੇ ਬੈਠੋ, ਕਮ ਸੇ ਕਮ ਹਵਾ ਤੇ ਆਏ। ਜੇ ਸਾਹ ਹੀ ਔਖਾ ਰਿਹਾ ਫਿਰ ਰੱਬ ਨੂੰ ਕੀ ਪਾਉਣਾ ਹੈ। ਸਰੀਰ ਤਾਂ ਸੌਖਾ ਰਹਿਣਾ ਚਾਹੀਦਾ। ਜਿਹਨੇ ਤਪ ਕਰਨਾ, ਭਗਤੀ ਕਰਨੀ ਹੈ, ਗੁਰੂ ਘਰ ਵਿੱਚ ਹੱਠ ਤਪ ਨਹੀਂ, ਪਿਆਰ ਦੀ ਖੇਡ ਹੈ। ਇਸੇ ਤਰ੍ਹਾਂ ਜਦ ਸਰੀਰ ਨੂੰ ਸਾਧ ਸੰਗਤ ਦੇ ਵਿੱਚ ਬਿਠਾ ਲਈਏ
ਤਾਂ ਬੂਹੇ ਬਾਰੀਆਂ ਖੋਲ੍ਹਣ ਦੀ ਤਰ੍ਹਾਂ ਆਪਦੇ ਕੰਨ ਖੋਲ੍ਹ ਕੇ ਬੈਠੀਏ। ਕੰਨਾਂ ਨੂੰ ਹੈੱਡਫੋਨ ਨਾ ਲਾਏ ਹੋਣ ਅਤੇ ਜਾਂ ਗੱਲਾਂ ਹੀ ਨਾ ਮਾਰੀ ਜਾਈਏ। ਜੇ ਆਪਦੀਆਂ ਗੱਲਾਂ ਕਰੀ ਗਏ ਸੁਣੀ ਗਏ ਫਿਰ ਸੰਗਤ ਦਾ ਸੁਣਾਂਗੇ ਕੀ। ਇਸ ਲਈ ਅੱਖਾਂ ਖੋਲ੍ਹ ਕੇ ਬੈਠੀਏ ਤਾਂ ਕਿ ਗੁਰੂ ਸਾਹਿਬ ਦੇ ਦਰਸ਼ਨ ਹੋਣ। ਜੇ ਬਹਿੰਦਿਆਂ ਸਾਰੀ ਨੇਤਰ ਬੰਦ ਕਰ ਲਏ ਯਾਨੀ ਕਿ ਨੀਂਦਰ ਦੇ ਵਿੱਚ ਚਲੇ ਗਏ ਫਿਰ ਸਮਝ ਕੀ ਆਏਗੀ। ਇਸ ਲਈ ਨੇਤਰੀ ਸਤਿਗੁਰ ਵੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਤੇ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ। ਪੁਰਾਣੀ ਸੰਗਤ ਹੁੰਦੀ ਸੀਗੀ। ਅੱਜ ਕੱਲ੍ਹ ਵੇਖੀਦਾ ਗੇਟਾਂ ਦੇ ਅੰਦਰ ਇੱਕ ਤਾਂ ਸਿਰ ਵੀ ਨੰਗਾ ਹੁੰਦਾ, ਇੱਕ ਮੋਬਾਇਲ ਕੰਨਾਂ ਨੂੰ ਲੱਗੇ ਹੁੰਦੇ ਨੇ, ਅਤੇ ਇੱਕ ਦੂਜੇ ਨਾਲ ਆਪਾਂ ਨਿੰਦਿਆ ਚੁਗਲੀ ਗੱਲਾਂ ਬਾਤਾਂ ਕਰਦੇ ਹੋਏ ਗੁਰਦੁਆਰੇ ਆਉਂਦੇ ਆ। ਪੁਰਾਣੀ ਸੰਗਤ ਹੁੰਦੀ ਸੀਗੀ, ਢੋਲਕੀ ਚਮਟੇ ਖੜਕਾਉਂਦਿਆਂ ਸਤਿਨਾਮ ਵਾਹਿਗੁਰੂ ਦਾ ਜਾਪ ਜਪਦਿਆਂ ਜਿਸ ਤਰ੍ਹਾਂ ਪ੍ਰਭਾਤ ਫੇਰੀ ਜਾਂਦੀ ਹੈ, ਇਸ ਤਰ੍ਹਾਂ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਸਨ। ਗੱਡੀਆਂ ਮੋਟਰਾਂ ਦੇ ਵਿੱਚ ਵੀ ਕੀਰਤਨ ਕਰਦੇ ਆਉਂਦੇ ਜਾਂਦੇ ਸਨ। ਅਤੇ ਇਸ ਲਈ ਜਦ ਵੀ ਗੁਰੂ ਘਰ ਵੱਲ ਤੁਰੀਏ ਤਾਂ ਉਸੇ ਵਕਤ ਹੀ ਸਾਡੀ ਹਾਜ਼ਰੀ ਗੁਰੂ ਘਰ ਦੇ ਵਿੱਚ ਆਰੰਭ ਹੋ ਜਾਂਦੀ ਹੈ। ਤਾਂ ਜ਼ੁਬਾਨ ਤੋਂ ਜਪਜੀ ਸਾਹਿਬ ਦਾ ਪਾਠ ਜਾਂ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲੈਣਾ ਚਾਹੀਦਾ। ਜੇ ਕੁਛ ਵੀ ਨਹੀਂ ਹੁੰਦਾ ਵਾਹਿਗੁਰੂ ਵਾਹਿਗੁਰੂ ਤਾਂ ਕਰ ਹੀ ਸਕਦੇ ਹਾਂ। ਮੂਲ ਮੰਤਰ ਦਾ ਪਾਠ ਕਰਦਿਆਂ ਆਉਂਦਿਆਂ ਜਾਂਦਿਆਂ ਸਮਾਂ ਸਫਲ ਹੁੰਦਾ ਹੈ। ਅਤੇ ਇਸ ਵਾਸਤੇ ਜਿਹੜੀ ਸਾਧ ਸੰਗਤ ਹੈ ਇਹਦੇ ਵਿੱਚ ਆ ਕੇ ਬੈਠਣ ਦਾ ਲਾਭ ਤਾਂ ਹੈ ਜੇ ਆਪਦੇ ਬੂਹੇ ਬਾਰੀਆਂ ਖੋਲ੍ਹ ਕੇ ਬੈਠਾਂਗੇ, ਯਾਨੀ ਕਿ ਅੱਖਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ, ਕੰਨ ਖੁੱਲ੍ਹੇ ਹੋਣੇ ਚਾਹੀਦੇ ਨੇ। ਆਏ ਝਰੋਖੈ ਖੋਲ੍ਹੈ ਬਾਰੀ, ਤਾਂ ਕਿ ਕੰਨਾਂ ਵਿੱਚ ਕੋਈ ਚੰਗੀ ਆਵਾਜ਼ ਪਏ, ਨੇਤਰਾਂ ਦੇ ਨਾਲ ਭਲੇ ਪੁਰਸ਼ਾਂ ਦੇ ਔਰ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਹੋਣ। ਅਤੇ ਰਸਨਾ ਜਿਹੜੀ ਹੈ ਇਹਨੂੰ ਵੀ ਘੁਮਾਉਂਦੇ ਰਹਿਣਾ ਚਾਹੀਦਾ। ਮੂਲ ਮੰਤਰ ਦੇ ਜਾਪ ਵਿੱਚ ਅਤੇ ਵਾਹਿਗੁਰੂ ਨਾਮ ਦੇ ਜਾਪ ਵਿੱਚ, ਗੁਰੂ ਸਾਹਿਬ ਜੀ ਦੀ ਬਾਣੀ ਦੇ ਨਿਤਨੇਮ ਦੇ ਵਿੱਚ ਇਹ ਪੂਰਾ ਪੂਰਾ ਲਾਭ ਲਈਏ। ਸਰੀਰ ਨੂੰ ਸਾਰੇ ਨੂੰ ਹੀ ਸਫਲਤਾ ਮਿਲਦੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਤੇਰਾ ਥਾਨ ਹੈ ਸਾਧ ਸੰਗਤ ਰੂਪ, ਜਿਹਦੇ ਵਿੱਚ ਗੁਰੂ ਕੀ ਸੰਗਤ ਲਾਭ ਲੈਂਦੀ ਹੈ, ਸਵੇਰ ਸ਼ਾਮ ਦਿਨ ਰਾਤ ਅੱਠੇ ਪੈਰ ਜਿੱਥੇ ਤੂੰ ਵਸਦਾ ਪਿਆ ਹੈ। ਸੱਚਖੰਡ ਵਸੈ ਨਿਰੰਕਾਰ, ਨਾਨਕ ਕਹਿ ਕਰ ਕੇਵਲ ਨਾਮ, ਹਰਖ ਆਨੰਦ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਜਿੱਥੇ ਨਾ ਕੋਈ ਖੁਸ਼ੀ ਹੈ ਨਾ ਕੋਈ ਗਮੀ ਹੈ, ਹਮੇਸ਼ਾ ਪ੍ਰਸੰਨਤਾ ਹੈ, ਉਹ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਾਹਿਗੁਰੂ ਜੀ ਨੇ ਬਖਸ਼ਿਆ। ਔਰ ਉਸ ਘਰ ਦੇ ਵਿੱਚ ਵਾਹਿਗੁਰੂ ਜੀ ਆਪ ਵਸਦਾ ਹੈ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਨਾਰਦ ਮੁਨੀ ਨੂੰ ਭਗਵਾਨ ਕਹਿਣ ਲੱਗਾ ਕਿ ਮੇਰਾ ਆਪਣਾ ਘਰ ਸਾਧ ਸੰਗਤ ਹੈ, ਜੱਦੀ ਪੁਰਸ਼ੀ ਘਰ। ਇੱਕ ਦਿਨ ਉਹ ਸਾਰੀ ਦਿਹਾੜੀ ਲੱਭਦਾ ਰਿਹਾ, ਕਹਿੰਦਾ ਮਹਾਰਾਜ ਨਾ ਤੁਸੀਂ ਬੈਕੁੰਠ 'ਚ ਮਿਲੇ, ਨਾ ਤੁਸੀਂ ਖੀਰ ਸਮੁੰਦਰ ਦੇ ਵਿੱਚ ਮਿਲੇ, ਨਾ ਤੁਸੀਂ ਸ਼ੇਸ਼ਨਾਗ ਦੀ ਸੇਜਾ 'ਤੇ ਮਿਲੇ, ਆਪ ਕਿੱਥੇ ਸੀ? ਕਹਿੰਦੇ ਨਾਰਦ ਮੁਨੀ ਮੇਰਾ ਆਪਦਾ ਘਰ ਹੈ ਸਾਧ ਸੰਗਤ, ਮੈਂ ਸਾਧ ਸੰਗਤ ਦੇ ਵਿੱਚ ਸੀਗਾ, ਕੀਰਤਨ ਸੁਣ ਰਿਹਾ ਸੀ। ਸੋ ਜਿੱਥੇ ਕੀਰਤਨ ਹੁੰਦਾ ਹੋਵੇ, ਮਹਾਰਾਜ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਉੱਥੇ ਵਾਹਿਗੁਰੂ ਜੀ ਆਪ ਬੈਠ ਕੇ ਸੁਣਦੇ ਨੇ। ਇਹ ਮਹਾਰਾਜ ਨੇ ਬਾਣੀ ਵਿੱਚ ਆਪ ਲਿਖਿਆ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਹਰੀ ਪ੍ਰਮਾਤਮਾ ਆਪ ਵਸਦਾ ਹੈ। ਇਸੇ ਵਾਸਤੇ ਗੁਰੂ ਘਰ ਕਹਿੰਦੇ ਨੇ। ਤੋ ਮਹਾਰਾਜ ਹਮੇਸ਼ਾ ਹੈ ਤੇ ਹਰ ਇੱਕ ਜਗ੍ਹਾ 'ਤੇ ਹਾਜ਼ਰ ਨਾਜ਼ਰ, ਪਰ ਜਿੱਥੇ ਸਾਧੂ ਕਥਾ ਕੀਰਤਨ ਕਰਦੇ ਹੋਣ, ਭਜਨ ਕਰਦੇ ਹੋਣ, ਉੱਥੇ ਮਹਾਰਾਜ ਵਿਸ਼ੇਸ਼ ਪੁੱਜ ਕੇ ਜਾਂਦਾ। ਜੈ ਹੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਧੋਣਾ ਛੁਟੇ ਨਿਕਲ ਨਾ ਜਾਈਓ ਦੂਤ। ਜਮਦੂਤਾਂ ਨੂੰ ਇੱਥੇ ਆਉਣ ਦੀ ਮਨਾਹੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੀਵਨ ਵੇਖੋ। ਸਭ ਤੋਂ ਪਹਿਲਾਂ ਸ੍ਰੀ ਸੁਲਤਾਨਪੁਰ ਲੋਧੀ ਤੋਂ ਚੱਲੇ ਪਹਿਲੀ ਉਦਾਸੀ ਵਕਤ, ਤਾਂ 7 ਦਿਨ ਦੇ 7 ਰਾਤਾਂ ਵਿੱਚ ਪਹੁੰਚੇ ਕਿੱਥੇ? ਏਮਨਾਬਾਦ ਸ਼ਹਿਰ। ਕਿਹਦੇ ਘਰ? ਇੱਕ ਗਰੀਬ ਮਨੁੱਖ ਮਿਸਤਰੀ ਦਾ ਕੰਮ ਕਰਨ ਵਾਲਾ ਭਾਈ ਲਾਲੋ ਦੇ ਘਰ, ਜਿਹੜਾ ਰੱਬ ਦਾ ਭਗਤ ਬੰਦਗੀ ਵਾਲਾ ਸੀ। ਉਹ ਮਹਾਰਾਜ ਨੂੰ ਜਾਣਦਾ ਨਹੀਂ ਸੀਗਾ, ਪਰ ਗੁਰੂ ਸਾਹਿਬ ਨੇ ਉਹਦਾ ਕੁੰਡਾ ਖੜਕਾਇਆ।
ਤੇ ਉਹਦਾ ਮਨ ਦਰਸ਼ਨ ਕਰਕੇ ਸ਼ਾਂਤ ਹੋ ਗਿਆ। ਮਰਦਾਨੇ ਨੂੰ ਪੁੱਛਿਆ ਵੀ ਇਹ ਕੌਣ ਨੇ? ਉਹਨੇ ਦੱਸਿਆ ਵੀ ਭਾਗਾਂ ਵਾਲਿਆ ਪੈਰ ਫੜ ਲੈ, ਇਹ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਸੋ ਇਸ ਲਈ ਸੰਤਾਂ ਭਗਤਾਂ ਨੂੰ ਦਰਸ਼ਨ ਦੇਣ ਲਈ ਵੇਖੋ ਗੁਰੂ ਸਾਹਿਬ ਵਿਚਰਦੇ ਸਨ। ਕਿੱਥੇ ਸਮੀਰ ਪਰਬਤ 'ਤੇ ਸਿੱਧਾਂ ਨੂੰ ਜਾ ਕੇ ਦਰਸ਼ਨ ਦਿੱਤੇ। ਇਉਂ ਜੇ ਤੁਸੀਂ ਆਪਦੇ ਘਰ ਬੈਠੇ ਵੀ ਭਜਨ ਕਰੋਗੇ, ਮਹਾਂਪੁਰਖਾਂ ਨੇ ਸ਼ਰਧਾ ਵਾਲਾ ਬਚਨ ਗੁਰਬਾਣੀ ਪਾਠ ਦਰਪਣ ਪੋਥੀ 'ਚ ਲਿਖਿਆ ਕਿ ਜਦ ਗੁਰੂ ਦਾ ਸਿੱਖ ਆਪਦੇ ਬੈੱਡ ਉੱਪਰ ਚੌਂਕੜਾ ਮਾਰ ਕੇ ਸ੍ਰੀ ਕੀਰਤਨ ਸੋਹਿਲੇ ਦਾ ਪਾਠ ਕਰਦਾ, ਸਿਰਹਾਣੇ ਵੱਲ ਮੂੰਹ ਕਰਕੇ, ਤਾਂ ਸਿਰਹਾਣੇ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਣਦੇ ਹੁੰਦੇ ਨੇ। ਜਦੋਂ ਵੀ ਗੁਰਸਿੱਖ ਬਾਣੀ ਦਾ ਪਾਠ ਪੜ੍ਹਦਾ ਤੇ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਹੋ ਕੇ ਸੁਣਦੇ ਨੇ। ਗੁਰਸਿੱਖ ਦੀ ਭਾਵਨਾ ਹੈ। ਬਾਘੇ ਪੁਰਾਣੀ ਦੇ ਕੋਲ ਬਠਿੰਡਾ ਰੋਡ ਤੇ ਇੱਕ ਲਧਾਈ ਕੇ ਪਿੰਡ ਦੇ ਬਾਹਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕਲਿਆਣਸਰ ਸਾਹਿਬ ਲਧਾਈ ਕੇ ਹੈ, ਜਿੱਥੇ ਕੀੜਿਆਂ ਵਾਲੇ ਸੱਪ ਨੂੰ ਮਾਰ ਨੇ ਚਰਨ ਛੁਹਾ ਕੇ ਤਾਰਿਆ ਸੀ। ਉੱਥੋਂ ਦੇ ਮਹਾਂਪੁਰਖ ਬਾਬਾ ਦਾਨ ਸਿੰਘ ਜੀ ਹੁੰਦੇ ਸਨ। ਉਹਨਾਂ ਦੇ ਤਾਂ ਮੈਂ ਦਰਸ਼ਨ ਕੀਤੇ ਨੇ। ਤੇ ਹੁਣ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਆਪਣੇ ਉਸਤਾਦ ਉੱਥੇ ਸੇਵਾ ਨਿਭਾ ਰਹੇ ਨੇ। ਬਾਬਾ ਦਾਨ ਸਿੰਘ ਜੀ ਤੋਂ ਪਹਿਲਾਂ ਮਹਾਂਪੁਰਖ ਹੁੰਦੇ ਸੀ। ਪਿੰਡਾਂ ਦੇ ਵਿੱਚ ਕੌਣ ਕਥਾ ਸੁਣਦਾ? ਪਿੰਡ ਤੋਂ ਬਾਰ-ਬਾਰ ਹੋਣ ਕਰਕੇ ਮੱਥਾ ਟੇਕਣ ਨੂੰ ਕੋਈ ਵਿਰਲਾ ਹੀ ਆਉਂਦਾ। ਫਿਰ ਜਿੱਥੇ ਰੋਜ਼ ਕਥਾ ਹੋਣ ਲੱਗ ਪਏ, ਲੋਕ ਸੋਚਦੇ ਵੀ ਬਾਬਿਆਂ ਦਾ ਕੰਮ ਹੀ ਇਹ ਆ, ਆਪ ਤਾਂ ਮੱਝਾਂ ਚੋਣੀਆਂ, ਹੋਰ ਪੱਠੇ ਦੱਥੇ ਪਾਉਣੇ, ਘਰ ਦੇ ਕਾਰੋਬਾਰ ਕਰਨੇ, ਛੱਡੋ ਖੈੜਾ। ਲੋਕ ਗੁਰਦੁਆਰੇ ਨੂੰ ਛੱਡ ਦਿੰਦੇ ਨੇ। ਬੱਚੇ ਤਾਂ ਬਿਲਕੁਲ ਹੀ ਨਹੀਂ ਆਉਂਦੇ, ਬਜ਼ੁਰਗ ਵੀ ਛੱਡ ਦਿੰਦੇ। ਗੁਰੂ ਘਰ ਖਾਲੀ ਪਏ ਨੇ, ਬੜੀਆਂ ਬੜੀਆਂ ਸੋਹਣੀਆਂ ਇਮਾਰਤਾਂ ਬਣਾ ਕੇ ਛੱਡੀਆਂ ਹੋਈਆਂ। ਉਹ ਗੁਰਦੁਆਰਾ ਖਾਲੀ ਹੋਣਾ, ਬਾਬਾ ਜੀ ਨੂੰ ਉੱਚੀ ਉੱਚੀ ਬੋਲੀ ਜਾਣਾ, ਉੱਚੀ ਉੱਚੀ ਕਥਾ ਕਰੀ ਜਾਣੀ। ਲਾਗੇ ਬੈਠੇ ਸਿੰਘ ਨੇ ਔਖੇ ਹੋਣਾ ਵੀ 1.5 2 ਘੰਟੇ ਲਾ ਦਿੰਦੇ, ਭੋਗ ਹੀ ਨਹੀਂ ਪਾਉਂਦੇ। ਚੌਂਕੜਾ ਮਾਰਨਾ ਕਿਹੜਾ ਸੌਖਾ। ਤੇ ਸਿੰਘਾਂ ਦੀਆਂ ਸੇਵਾਵਾਂ ਦਿਨ ਰਾਤ ਡਿਊਟੀਆਂ ਹੁੰਦੀਆਂ ਤੇ ਜ਼ਿੰਮੇਵਾਰੀਆਂ। ਉਹਨੇ ਇੱਕ ਵਾਰ ਕਹਿ ਹੀ ਦਿੱਤਾ, ਕਹਿੰਦਾ ਬਾਬਾ ਜੀ ਕੀ ਐਵੇਂ ਰੌਲਾ ਪਾਈ ਜਾਂਦੇ 2 ਘੰਟੇ, ਆਪਦਾ ਮਾੜਾ ਮੋਟਾ ਸ਼ਗਨ ਮੇਲਾ ਕੀਤਾ। ਪਿੰਡ ਜਿਸ ਤਰ੍ਹਾਂ ਪਿੰਡਾਂ 'ਚ ਗ੍ਰੰਥੀ ਕਰਦੇ ਨੇ, ਉਹ 1000 ਰੁਪਈਏ ਤੇ 2-2 ਤੇ ਰੱਖੇ ਹੁੰਦੇ, ਉਹਨਾਂ ਵੀ ਕੀ ਕਰਨਾ, ਆਦ ਪੜ੍ਹਿਆ ਅੰਤ ਪੜ੍ਹਿਆ, ਵਿੱਚੋਂ ਦਰਸ਼ਨ ਕਰਿਆ। 5 ਜਪਜੀ ਦੀਆਂ ਪੌੜੀਆਂ ਤੇ 5 ਆਨੰਦ ਦੀਆਂ ਤੇ ਆਸਾ ਦੀ ਵਾਰ ਦਾ 1 ਸਲੋਕ ਮਸਾਂ ਹੀ, 1 ਨਹੀਂ ਤਾਂ 2, 2 ਨਹੀਂ ਤਾਂ 5। ਬਹੁਤਾ ਕੰਮ ਨਹੀਂ, ਨਾ ਕੋਈ ਸੁਣਨ ਵਾਲਾ ਨਾ ਕੋਈ ਪੜ੍ਹਨ ਵਾਲਾ। ਸਤਿਨਾਮ ਵਾਹਿਗੁਰੂ। ਪਹਿਲਾਂ ਅਖੰਡ ਪਾਠ ਸਾਹਿਬ ਹੁੰਦੇ ਸੀ, ਫਿਰ ਸਹਿਜ ਪਾਠ ਦੇ ਸਹਿਜ ਪਾਠ ਤੋਂ ਵੀ ਗੱਲ ਹੁਣ ਅੱਗੇ ਸੁਖਮਨੀ ਸਾਹਿਬ ਦੀ ਚਲੀ ਗਈ। ਛੋਟਾ ਜਿਹਾ ਪਾਠ ਕਰੋ ਤੇ ਚੜ੍ਹਦੀ ਕਲਾ, ਅਰਦਾਸ ਕਰੋ। ਹੁਣ ਸੁਖਮਨੀ ਸਾਹਿਬ ਵੀ ਗਿਆ। ਮੈਂ ਹਾਂਗਕਾਂਗ ਸੀਗਾ, ਇੱਕ ਸਿੰਧੀ ਪਰਿਵਾਰ ਆਇਆ, ਕਹਿੰਦੇ ਜੀ ਅਰਦਾਸ ਕਰੋ। ਤੇ ਸ਼ਬਦ ਪੜ੍ਹਨੇ ਨੇ ਸਿਰਫ 3 ਗਿਣਤੀ ਦੇ, ਛੋਟੇ ਛੋਟੇ, ਅੱਧੇ ਘੰਟੇ 'ਚ ਸਾਰੀ ਸਮਾਪਤੀ ਕਰ ਦੇਣੀ ਹੈ। ਮੈਂ ਕਿਹਾ ਜੀ 7 ਵਜਨ ਤੇ ਅਰਦਾਸ ਦੱਸੋ ਕੀ ਕਰਨੀ ਹੈ। ਕੋਈ ਬਜ਼ੁਰਗ ਚੜ੍ਹਾਈ ਕਰ ਗਏ, ਬਾਹਰਲੀ ਕੰਟਰੀਆਂ 'ਚ ਸਮਾਂ ਨਹੀਂ ਕਿਸੇ ਕੋਲ, ਬੜੀ ਮੁਸ਼ਕਿਲ ਸਮਾਂ ਨਿਕਲਦਾ, ਨਾ ਜਗ੍ਹਾ ਹੈ ਉਹਨਾਂ ਦੇਸ਼ਾਂ ਦੇ ਵਿੱਚ। ਸਿੰਧੀ ਪਰਿਵਾਰ ਤਾਂ ਮਹਾਰਾਜ ਦੀ ਕਿਰਪਾ ਨਾਲ ਕਾਫੀ ਅਮੀਰ ਨੇ, ਫਿਰ ਵੀ ਘਰਾਂ ਦੇ ਵਿੱਚ ਜ਼ਿੰਮੇਵਾਰੀ ਹੋ ਜਾਂਦੀ ਤੇ ਗੁਰੂ ਘਰ ਵੀ ਹਾਜ਼ਰੀ ਭਰਨੀ ਪੈਂਦੀ। ਅਖੰਡ ਪਾਠ ਵੀ ਗਿਆ, ਸਹਿਜ ਪਾਠ ਵੀ ਗਿਆ। ਇੰਨੇ ਦਿਨ ਕੌਣ ਤੁਰਿਆ ਫਿਰੇ। ਤੇ ਬੌਡੀ ਨੂੰ ਮਸਾਂ ਟਾਈਮ ਮਿਲਦਾ, ਉਸੇ ਵੇਲੇ ਅਗਨ ਭੇਟ ਕਰਕੇ ਤੇ ਚਲੋ ਗੁਰਦੁਆਰੇ। ਅੱਧੇ ਘੰਟੇ 'ਚ ਕਹਿੰਦੇ ਸਮਾਪਤੀ ਕਰ ਦਿਓ। ਵਿੱਚ ਇਹ ਸ਼ਬਦ, ਵਿੱਚ ਆਨੰਦ ਸਾਹਿਬ, ਵਿੱਚ ਅਰਦਾਸ, ਵਿੱਚ ਹੁਕਮਨਾਮਾ। ਅਰਦਾਸ ਕੀ ਕਰਨੀ ਹੈ ਵੀ ਫਲਾਣਾ ਪੁਰਾਣੀ ਚੜ੍ਹਾਈ ਕਰਕੇ ਉਹਦੀ ਮੁਕਤੀ ਕਰ ਦੇ। ਮੈਂ ਕਿਹਾ ਵੀ ਅਰਦਾਸ ਤਾਂ ਬੜੀ ਸਖਤ ਹੈ ਤੇ ਬੜੀ ਵੱਡੀ ਹੈ, ਕਿਸੇ ਬੰਦੇ ਨੂੰ ਮੁਕਤ ਕਰਨਾ। ਫਿਰ ਮੈਂ ਵੀ ਗੱਲ 'ਚ ਪਰਨਾ ਪਾਇਆ ਤੇ ਮਹਾਰਾਜ ਨੂੰ ਬੇਨਤੀ, ਸੱਚਿਆ ਪਾਤਸ਼ਾਹ ਵੀ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਵੀ ਸ਼ਬਦ ਇਹਨਾਂ 3 ਹੀ ਪੜ੍ਹਾਏ ਨੇ, ਅੱਗੇ ਹੁਣ ਤੇਰੀ ਮਰਜ਼ੀ ਹੈ ਵੀ 3 ਸ਼ਬਦਾਂ ਦਾ ਜੋ ਕੁਛ ਬਣਦਾ ਜੀਵ ਆਤਮਾ ਨੂੰ ਬਖਸ਼ ਦੇ, ਕੁਛ ਇਹਨਾਂ ਨੂੰ ਦੇ, ਕੁਛ ਸਾਨੂੰ ਵੀ ਚਾਹੀਦਾ।
ਤੋ ਇਸ ਵਾਸਤੇ ਆਪ ਕਿਰਪਾ ਕਰੋ ਤੇ ਜੀਵਾਤਮਾ ਦਾ ਭਲਾ ਕਰੋ। ਦੱਸੋ, ਇੱਕ ਬੰਦੇ ਦੀ, ਇੱਕ ਰੂਹ ਦੀ ਮੁਕਤੀ ਕਰਨੀ, ਕਲਿਆਣ ਕਰਨੀ ਹੈ, ਤੇ ਅਖੰਡ ਪਾਠ, ਸਹਿਜ ਪਾਠ ਤੋਂ, ਸੁਖਮਨੀ ਸਾਹਿਬ ਤੋਂ ਵੀ ਆਪਾਂ ਚਲੇ ਗਏ, ਇਕੱਲਾ ਕੀਰਤਨ ਹੀ ਕਰੋ ਜੀ, ਤੇ ਉਹ ਵੀ ਵਿੱਚ ਰੌਲਾ ਪਿਆ ਹੁੰਦਾ, ਤੇ ਆਪਾਂ ਲੇਟ ਆਉਂਦੇ ਮਿੰਟ ਦੀ ਮਿੰਟ ਪਰ ਅਰਦਾਸ ਸ਼ਾਮਲ ਹੋ, ਚੜ੍ਹਦੀ ਕਲਾ। ਕਿੰਨੀ ਹਾਸੋਹੀਣੀ ਬਾਤ ਹੈ। ਰੱਬ ਦੇ ਨਾਲ ਵੀ ਆਪਾਂ ਮਖੌਲ ਕਰਦੇ ਹਾਂ। ਇਹ ਕੋਈ ਰਿਵਾਜ ਥੋੜ੍ਹਾ ਆ, ਕੋਈ ਮਖੌਲ ਥੋੜ੍ਹਾ ਆ। ਕਿਸੇ ਬੰਦੇ ਦੀ ਜ਼ਿੰਦਗੀ ਦਾ ਕੰਮ ਹੈ ਵੀ ਉਹਨੇ ਜ਼ਿੰਦਗੀ ਪੂਰੀ ਸਾਡੇ ਲਈ ਜਿਉਈ, ਕਿੰਨਾ ਕੁਛ ਸਾਨੂੰ ਦੇ ਕੇ ਗਿਆ। ਜੇ ਉਹਦੇ ਨਿਮਿਤ ਆਪਾਂ 10 ਦਿਨ ਵੀ ਨਹੀਂ ਕੱਢ ਸਕਦੇ, 3-4 ਦਿਨ ਵੀ ਨਹੀਂ ਕੱਢ ਸਕਦੇ, ਤਾਂ ਦੱਸੋ ਕੀ ਉਹਦੇ ਨਾਲ ਪਿਆਰ ਹੋਇਆ। ਗੁਰੂ ਸਾਹਿਬ ਕਿਰਪਾ ਕਰਨ। ਮਹਾਰਾਜ ਤਾਂ ਬੇਅੰਤ ਹੈ, ਉਹ ਤਾਂ ਏਕ ਚਿੱਤ ਜੇ ਕਸ਼ਣ ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਇੱਕ ਛਿਣ ਦੇ ਵਿੱਚ ਹੀ ਸਭ ਕੁਝ ਬਖਸ਼ਿਸ਼ ਕਰ ਦਿੰਦਾ, ਪਰ ਸਾਡਾ ਸੁਭਾਅ ਕੈਸਾ ਹੈ ਇਹ ਸੋਚਣਾ ਪਏਗਾ। ਸੋ ਮਹਾਰਾਜ ਫਰਮਾਉਂਦੇ ਹਨ, ਧੰਨ ਸੋ ਤੇਰੇ ਭਗਤ, ਪਰੀ ਪੰਕਤੀ ਪੜ੍ਹ ਲਓ। ਧੰਨ ਸੋ ਤੇਰਾ ਥਾਨ, ਉਹ ਤੇਰਾ ਸਾਧ ਸੰਗਤ ਬਸਤਾਨ। ਧਨਤਾ ਦੇ ਯੋਗ ਹੈ। ਕਿਉਂ ਧਨਤਾ ਦੇ ਯੋਗ ਹੈ? ਜਿੱਥੈ ਤੂੰ ਉਠਾ, ਜਿੱਥੇ ਤੂੰ ਵਸਦਾ ਪਿਆ ਹੈ। ਮੈਂ ਬੇਨਤੀ ਕਰ ਰਿਹਾ ਸੀ, ਜਦ ਮਹਾਂਪੁਰਖਾਂ ਨੂੰ ਉਹ ਪ੍ਰੇਮੀ ਨੇ, ਪਾਠ ਕਰਾਉਣ ਵਾਲੇ ਨੇ ਗੁੱਸੇ ਵਿੱਚ ਬਚਨ ਕੀਤਾ। ਮਹਾਂਪੁਰਖ ਕਹਿੰਦੇ, ਗੁਰਮੁਖ ਪਿਆਰਿਆ, ਗੁਰਦੁਆਰਾ ਖਾਲੀ ਥੋੜੋ ਆ। ਮੇਰੇ ਗੁਰੂ ਸਾਹਿਬ 10 ਪਾਤਸ਼ਾਹੀਆਂ ਮੇਰੇ ਕੋਲ ਨੇ। ਮੈਂ ਕਥਾ ਸੁਣਾਉਂਦਾ ਹਾਂ ਤਾਂ ਮੈਂ 10 ਪਾਤਸ਼ਾਹੀਆਂ ਨੂੰ ਸੁਣਾ ਰਿਹਾ ਗੁਰਮੁਖਾ। ਤੂੰ ਕਹਿੰਦਾ ਗੁਰਦੁਆਰਾ ਖਾਲੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਖਾਲੀ ਥੋੜੋ ਹੈ। ਗੁਰੂ ਸਾਹਿਬ ਮੇਰੇ ਕੋਲ ਹਾਜ਼ਰ ਨਾਜ਼ਰ ਨੇ, ਮਹਾਰਾਜ ਦੀ ਹਜ਼ੂਰੀ 'ਚ ਮੈਂ ਬੋਲ ਰਿਹਾ। ਫਿਰ ਵੇਖ ਕਿੰਨਾ ਗੁਰਦੁਆਰਾ ਭਰਿਆ ਹੋਇਆ, ਕਿੰਨੀਆਂ ਸੰਗਤਾਂ ਬੈਠੀਆਂ ਹੋਈਆਂ। ਹੁਣ ਜੇ ਤੈਨੂੰ ਦਿਖਦਾ ਨਹੀਂ ਤਾਂ ਮੈਂ ਤੈਨੂੰ ਕੀ ਸਮਝਾਵਾਂ? ਕਹਿੰਦਾ ਜਾਓ, ਛੱਡ ਦਿਓ ਗੱਲਾਂ, ਐਵੇਂ ਝੂਠ ਨਹੀਂ ਬੋਲੀਦਾ। ਜਦੋਂ ਨੇ ਤਰਕ ਕੀਤੇ ਤਾਂ ਜਦੋਂ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਖੜਾ ਹੋਇਆ, ਪਿੱਛੋਂ ਉਹਨੂੰ ਲਫੜਾ ਪਿਆ। ਇਹੋ ਜਿਹਾ ਲਫੜਾ ਪਿਆ ਵੀ ਉਹਦਾ ਸਿਰ ਘੁੰਮ ਗਿਆ ਤੇ ਉਹ ਮੁੱਧੜੇ ਮੂੰਹ ਧਰਤੀ ਤੇ ਡਿੱਗਾ। ਬੜੀ ਮੁਸ਼ਕਿਲ ਆਪਣਾ ਆਪ ਸਾਂਭ ਕੇ ਤੇ ਉਹ ਜਿਉਂ ਨੱਠਿਆ, ਮੁੜ ਕੇ ਪਿੱਛਾ ਭੌਂਗੇ ਨਹੀਂ ਵੇਖਿਆ। 15-20 ਦਿਨ, ਮਹੀਨਾ ਘਰੋਂ ਹੀ ਨਹੀਂ ਆਇਆ। ਨਾਲ ਕੰਨ 'ਚ ਆਵਾਜ਼ ਆਈ, ਕਹਿੰਦੇ ਅੱਖਾਂ ਖੋਲ ਕੇ ਦੇਖ, ਤੂੰ ਸੰਤਾਂ ਨੂੰ ਕੀ ਕਹਿ ਰਿਹਾ? ਕਿਉਂ ਨਹੀਂ ਕੋਈ ਸੁਣਦਾ? ਵੇਖ ਅਸੀਂ ਕਿੰਨੇ ਸਿੰਘ ਬੈਠੇ ਹੋਏ ਆ। ਸੰਤ ਜੀ ਮਹਾਰਾਜ ਸਾਨੂੰ ਕਥਾ ਸੁਣਾਉਂਦੇ ਨੇ ਤੇ ਆਪਾਂ ਸੁਣਦੇ ਹਾਂ। ਪਵਿੱਤਰ ਸ਼ਹੀਦੀ ਆਤਮਾਵਾਂ ਧੂਪ ਕਿਉਂ ਦਿਖਾਈ ਦੀ ਆ? ਹਰੇਕ ਵਕਤ ਗੁਰੂ ਸਾਹਿਬ ਦੀ ਹਜ਼ੂਰੀ 'ਚ ਹਾਜ਼ਰ ਹੁੰਦੀਆਂ। ਜਿੱਥੇ ਮਹਾਰਾਜ ਦਾ ਸੁੱਖ ਆਸਣ ਹੈ, ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਜਿੱਥੇ ਗੁਰੂ ਮਹਾਰਾਜ ਦਾ ਨਿਸ਼ਾਨ ਸਾਹਿਬ ਝੁੱਲਦਾ ਹੈ। ਅਨੇਕਾਂ ਸਿੰਘਾਂ ਨੇ ਆਪਦੇ ਸਿਰ ਦਿੱਤੇ ਨੇ ਨਿਸ਼ਾਨ ਖੜਾ ਕਰਨ ਵਾਸਤੇ। ਨਿਸ਼ਾਨ ਸਾਹਿਬ ਦੇ ਕੋਲ ਵੀ ਪਹਿਰਾ ਹੁੰਦਾ ਤੇ ਮਹਾਰਾਜ ਦੇ ਪ੍ਰਕਾਸ਼ ਵਕਤ ਵੀ ਪਹਿਰਾ ਹੁੰਦਾ ਤੇ ਸੁੱਖ ਆਸਣ ਦੇ ਅਸਥਾਨ ਦੇ ਵੀ ਪਹਿਰਾ ਹੁੰਦਾ। ਜਿੱਥੇ ਸੰਗਤ ਜੁੜ ਕੇ ਰੱਬ ਦਾ ਭਜਨ ਕਰਦੀ ਹੈ ਉੱਥੇ ਵੀ ਪਹਿਰਾ ਹੁੰਦਾ। ਪਵਿੱਤਰ ਆਤਮਾਵਾਂ, ਜਿੱਥੇ ਰੱਬ ਆ ਗਿਆ, ਰੱਬ ਇਕੱਲਾ ਥੋੜ੍ਹਾ ਹੁੰਦਾ। ਤੁਸੀਂ ਦੱਸੋ, ਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਉਹਨਾਂ ਨਾਲ ਸੱਜੇ ਖੱਬੇ ਬਾਲਾ ਤੇ ਮਰਦਾਨਾ ਵੀ ਹੋਣਗੇ। ਜੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਨਾਲ ਸਾਹਿਬਜ਼ਾਦੇ 5 ਪਿਆਰੇ ਵੀ ਹੋਣਗੇ। ਜੇ ਸਾਧੂ ਸੰਤ ਹੈ ਉਹਨਾਂ ਦਾ ਗੜਵਈ ਵੀ ਹੁੰਦਾ। ਤੇ ਐਡਾ ਵੱਡਾ ਰੱਬ ਜਿਹੜਾ ਦੁਨੀਆ ਨੂੰ ਚਲਾ ਲਿਆ, ਉਹ ਇਕੱਲਾ ਥੋੜ੍ਹਾ ਬੈਠਾ ਹੋਊਗਾ। ਜੇ ਸੰਗਤ 'ਚ ਆਪਾਂ ਕਹਿੰਦੀਆਂ ਵੀ ਬੈਠਾ ਹੈ, ਉਹ ਵਿੱਚ ਸੰਗਤ ਹਰ ਪਰ ਵਸਿਆ ਜੀਓ, ਉਹਦੇ ਨਾਲ ਦੇਵੀ ਦੇਵਤੇ ਵੀ ਹੋਣਗੇ, ਉਹਦੇ ਸਿੱਖ ਸੇਵਕ, ਉਹਦੇ ਸੰਤ ਭਗਤ ਵੀ ਹੋਣਗੇ ਉਹਦੇ ਨਾਲ। ਇਉਂ ਸ਼ਹੀਦੀ ਫੌਜਾਂ ਕਲਗੀਧਰ ਮਹਾਰਾਜ ਦੇ ਕੋਲ ਹਾਜ਼ਰ ਨਾਜ਼ਰ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਦੀ ਨਿਰੰਕਾਰੀ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਲੈ ਕੇ ਆਏ ਸੀ, 10 ਸਰੂਪਾਂ 'ਚ ਵਰਤੀ, ਉਹ ਮਹਾਰਾਜ 'ਚ ਬਿਰਾਜਮਾਨ ਹੋਣ ਕਰਕੇ ਇਹ ਨਿਰੰਕਾਰੀ ਜੋਤ ਦੇ ਹਾਜ਼ਰ ਨਾਜ਼ਰ। ਸੋ ਪਵਿੱਤਰ ਆਤਮਾਵਾਂ ਦਾ ਪਹਿਰਾ ਹੁੰਦਾ। ਇਸ ਵਾਸਤੇ ਗੱਲ ਭਾਵਨਾ ਦੀ ਹੈ। ਜੇ ਕੋਈ ਭਾਵਨਾ ਕਰੇਗਾ ਉਹਦੇ ਲਈ ਸਭ ਕੁਛ ਹੈ। ਤੇ ਜੇ ਕੋਈ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਹੈ ਤੂੰ ਆਪਦੇ ਘਰ ਰਾਜੀ ਰਹੇ, ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਪਾਤਸ਼ਾਹ ਜੀ ਫਰਮਾਉਂਦੇ ਨੇ, ਧੰਨ ਸੋ ਤੇਰਾ ਥਾਨ, ਹੇ ਪਰਮੇਸ਼ਰ, ਉਹ ਤੇਰਾ ਸਾਧ ਸੰਗਤ ਰੂਪ ਅਸਥਾਨ ਧਨਤਾ ਦੇ ਯੋਗ ਹੈ। ਜਿੱਥੈ ਤੂੰ ਉਠਾ, ਜਿੱਥੇ ਤੂੰ
ਵਸਦਾ ਪਿਆ ਹੈ। ਧੰਨ ਸੋ ਤੇਰੇ ਭਗਤ, ਉਹ ਤੇਰੇ ਭਗਤ ਵੀ ਧਨਤਾ ਦੇ ਯੋਗ ਹਨ। ਜਿਨੀ ਸੱਚ ਤੂੰ ਡਿਠਾ। ਅਸੀਂ ਤਾਂ ਅੰਨੇ ਹਾਂ, ਅੰਨੇ, ਸਾਨੂੰ ਕੁਝ ਨਹੀਂ ਦਿਖਦਾ, ਪਰ ਜਿਨ੍ਹਾਂ ਨੂੰ ਮਹਾਰਾਜ ਨੇ ਗਿਆਨ ਅੰਜਨ ਗੁਰ ਦੀਆ, ਗਿਆਨ ਦਾ ਸੁਰਮਾ ਪਾ ਦਿੱਤਾ ਗੁਰਾਂ ਨੇ, ਅਗਿਆਨ ਅੰਧੇਰ ਵਿਨਾਸ਼, ਉਹਨਾਂ ਦਾ ਹਨੇਰਾ ਅੰਨਾਪੁਣਾ ਦੂਰ ਚੁੱਕ ਦਿੱਤਾ। ਹਰ ਕਿਰਪਾ ਤੇ ਸੰਤ ਭੇਟੇ ਆ, ਹਰੀ ਦੀ ਕਿਰਪਾ ਨਾਲ ਭਾਗ ਹੋਆ ਗੁਰ ਸੰਤ ਮਿਲਾਇਆ। ਗੁਰੂ ਰੂਪੀ ਸੰਤ ਮਿਲ ਪਿਆ, ਨਾਨਕ ਮਨ ਪ੍ਰਗਾਸ। ਉਹਨਾਂ ਦੇ ਮਨ ਵਿੱਚ ਗਿਆਨ ਦਾ ਚਾਨਣ ਹੀ ਚਾਨਣ ਹੋ ਗਿਆ। ਜਿਵੇਂ ਇੱਕ ਵਾਰ ਬਾਬਾ ਬਿਸ਼ਨ ਸਿੰਘ ਜੀ ਦੀ ਸੇਵਾ ਵਿੱਚ ਗੜਵਾ ਲੈ ਕੇ ਬਾਬਾ ਸੁੰਦਰ ਸਿੰਘ ਜੀ ਹਾਜ਼ਰ, ਥੋੜ੍ਹੀ ਦੂਰ ਨਜ਼ਦੀਕ ਚੌਂਕੜਾ ਮਾਰ ਕੇ ਬੈਠੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਸਨ। ਇੰਨਾ ਚਿੱਤ ਜੁੜਿਆ ਕਿ ਸਮਾਧੀ ਲੱਗ ਗਈ, ਔਰ ਸਮਾਧੀ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕਰ ਲਿਆ। ਬਾਬਾ ਬਿਸ਼ਨ ਸਿੰਘ ਜੀ ਉੱਠੇ, ਉਹਨਾਂ ਦੇਖਿਆ ਕਿ ਚਾਰ ਚੁਫੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਰੂਪ ਦਰਸ਼ਨ ਹੋ ਰਹੇ ਨੇ, ਤੇ ਜਦ ਚੱਲਣ ਲੱਗੇ ਤਾਂ ਪੈਰ ਗੁਰੂ ਸਾਹਿਬ ਦੀ ਛਾਤੀ ਤੇ ਆਏ, ਸਿਰ ਹੇਠਾਂ ਕਰਕੇ ਪੈਰ ਉੱਪਰ ਨੂੰ ਕਰਕੇ ਖਲੋ ਗਏ, ਸਿਰ ਪਰ ਨੇ। ਉੱਚੀ ਆਵਾਜ਼ ਵਿੱਚ ਕਿਹਾ, ਕਹਿੰਦੇ ਬਾਬਾ ਸੁੰਦਰ ਸਿੰਘ ਜੀ, ਇਹ ਪਾਵਨ ਸਰੂਪ ਆਲੋਪ ਕਰ ਲਓ ਆਪਣੇ ਹਿਰਦੇ ਵਿੱਚ। ਕਲਯੁਗ ਦਾ ਸਮਾਂ ਹੈ, ਪ੍ਰਗਟ ਨਹੀਂ ਕਰੀਦਾ, ਹਿਰਦੇ ਚੋਂ ਦੇਖੋ। ਤੁਸੀਂ ਦੱਸੋ ਅਸੀਂ ਪੈਰ ਕਿੱਥੇ ਰੱਖਾਂਗੇ? ਜੇ ਸਾਰੇ ਮਹਾਰਾਜ ਦਾ ਸਰੂਪ ਪ੍ਰਗਟ ਕਰਕੇ ਦੇਖ ਲਿਆ, ਜੈ ਜੈ ਪੇਖੋ ਤੈ ਹਜੂਰ, ਦੂਰ ਕਤੋ ਨਾ ਜਾਈ, ਰਬ ਰਹਿਆ ਸਰਬਤਰ ਮੈਂ, ਮਨ ਸਦਾ ਤੇ ਆਈ। ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਐਸੇ ਸੰਤਾਂ ਭਗਤਾਂ ਨੇ ਜਿਨ੍ਹਾਂ ਨੇ ਤੈਨੂੰ ਵੇਖਿਆ, ਤੇਰੇ ਸਤ ਸਰੂਪ ਨੂੰ ਦਰਸ਼ਨ ਕੀਤੇ ਨੇ ਉਹਦੇ, ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਉਹ ਧਨਤਾ ਦੇ ਯੋਗ ਹਨ। ਜਿਸ ਤਰ੍ਹਾਂ ਨਾਮਦੇਵ ਹਰ ਜੀਉ ਬਸੈ ਸੰਗ, ਭਗਤ ਨਾਮਦੇਵ ਨੂੰ ਭਗਤ ਮਾਲ 'ਚ ਲਿਖਿਆ ਕਿ 72 ਵਾਰ ਪ੍ਰਤੱਖ ਵਾਹਿਗੁਰੂ ਜੀ ਦੇ ਦਰਸ਼ਨ ਹੋਏ। ਪਰ ਬਾਣੀ ਮੁਤਾਬਕ ਕਹਿੰਦੇ ਮਹਾਰਾਜ ਉਹਨਾਂ ਨਾਲ ਹੀ ਵਸਦਾ ਸੀਗਾ। ਇਹੋ ਜਿਹੇ ਸੰਤਾਂ ਤੋਂ ਬਲਿਹਾਰ ਜਾਈਏ, ਉਹ ਧਨ ਹਨ। ਜਿਸਨੋ ਤੇਰੀ ਦਇਆ, ਇਹ ਪਰਮੇਸ਼ਰ ਜਿਸ ਉੱਪਰ ਤੇਰੀ ਮਿਹਰ ਦੀ ਦ੍ਰਿਸ਼ਟੀ ਹੋਈ ਹੈ। ਸਲਾਹੇ ਸੋਏ ਤੁਧ, ਉਹੀ ਤੈਨੂੰ ਸਲਾਹੁੰਦਾ ਹੈ, ਤੇਰੀ ਸਿਫਤ ਕਰਦਾ ਹੈ। ਜਿਸ ਗੁਰ ਭੇਟੇ ਨਾਨਕ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਰਾਮਕਲੀ ਦੀ ਇਹ ਦੂਸਰੀ ਵਾਰ ਦੀ 20ਵੀਂ ਪੌੜੀ ਸੰਪੂਰਨ ਕਰਦੇ ਫਰਮਾਨ ਕਰ ਰਹੇ ਨੇ ਕਿ ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਨਿਰਮਲ ਸੋਈ ਸੁਧ, ਉਸ ਦਾ ਮਨ ਉਜਲ ਭਾਵ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਔਰ ਉਹੀ ਤੇਰੇ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲਾ ਹੈ, ਜਾਂ ਉਹ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਕੇ ਤੇਰੇ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲਾ ਹੈ। ਸ਼ਲੋਕ ਮਹੱਲਾ ਪੰਜਵਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਸ਼ਲੋਕ ਉਚਾਰਨ ਕਰਕੇ ਭਗਤ ਫਰੀਦ ਸਾਹਿਬ ਨੂੰ ਸਿਰੋਂ ਪਾਉ ਦਿੱਤਾ ਹੈ। ਸਿਰੋਂ ਪਾਉ ਪਹਿਲਾਂ ਵੀ ਬੇਨਤੀ ਕਰੀਦੀ ਹੈ, ਜਿਸ ਨੂੰ ਦੇਣਾ ਕਰੀਦਾ ਹੈ ਉਸੇ ਦਾ ਹੀ ਹੋ ਜਾਂਦਾ ਹੈ। ਇਸ ਲਈ ਗੁਰਬਾਣੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ, ਪਰ ਫਰੀਦ ਦੇ ਨਾਮ ਦੇ ਉਚਾਰੀ ਹੋਣ ਕਰਕੇ ਫਰੀਦ ਦੀ ਬਾਣੀ ਸਮਝੋ। ਪਿਆਰ ਨਾਲ ਸੁਣੋ। ਫਰੀਦਾ ਭੂਮ ਰੰਗਾਵਲੀ, ਫਰੀਦ ਜੀ ਕਹਿੰਦੇ ਕਿ ਤੂੰ ਐਸਾ ਜਾਣਨਾ ਕਰ ਕਿ ਭਾਰਤ ਖੰਡ ਦੀ ਜਿਹੜੀ ਭੂਮੀ ਧਰਤੀ ਹੈ ਇਹ ਬੜੀ ਆਨੰਦਦਾਇਕ ਹੈ। ਵੇਖੋ ਕਿੰਨਾ ਸੁਹਾਵਣਾ ਮੌਸਮ ਹੈ, ਮੌਲੀ ਧਰਤੀ, ਮੌਲੀ ਆਕਾਸ਼, ਘਟ ਘਟ ਮੌਲੀ ਆਤਮ ਪ੍ਰਗਾਸ, ਤੇ ਘਨ ਹਰ ਬਰਸ ਸਗਲ ਜਗ ਛਾਇਆ, ਬਾਰਿਸ਼ ਪੈਣ ਦੋ ਸਭ ਜੀਆ ਜੰਦ ਸੁਖੀ ਨੇ। ਇਹੋ ਜਿਹਾ ਮੌਸਮ ਪੂਰੀ ਦੁਨੀਆ ਘੁੰਮ ਲਓ, ਵਰਲਡ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ, ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹਾਂਗਕਾਂਗ ਆਦਿ, ਮੈਂ ਸਾਰੀਆਂ ਜਗ੍ਹਾ ਤੇ ਦੇਖਿਆ ਜਿਸ ਤਰ੍ਹਾਂ ਦਾ ਮੌਸਮ ਪੰਜਾਬ ਦਾ ਹੈ। ਪੌਣ ਪਾਣੀ ਨੈਚੁਰਲੀ ਵਾਹਿਗੁਰੂ ਵੱਲੋਂ, ਡੁਪਲੀਕੇਟ ਤਾਂ ਜਿੰਨ ਤਰ੍ਹਾਂ ਦਾ ਮਰਜ਼ੀ ਬਣਾ ਲਓ। ਉੱਥੇ ਤਾਂ ਲੋਕ ਖੇਤੀ ਵੀ ਡੁਪਲੀਕੇਟ ਮੌਸਮ ਨਾਲ ਕਰਦੇ, ਉੱਪਰ ਛੱਤ ਪਾ ਕੇ ਜਿਸ ਤਰ੍ਹਾਂ ਦੀ ਖੇਤੀ ਕਰਨੀ ਹੈ ਉਸ ਤਰ੍ਹਾਂ ਦਾ ਟੈਂਪਰੇਚਰ ਦੇ ਕੇ ਤੇ ਫਲ ਪ੍ਰਾਪਤ ਕਰਦੇ, ਪਰ ਉਹਨਾਂ 'ਚ ਰਸ ਨਹੀਂ ਹੁੰਦਾ।
ਜਿਹੜੀ ਨੈਚੁਰਲੀ ਚੀਜ਼ ਹੈ ਕੁਦਰਤ ਭਗਵਾਨ ਵੱਲੋਂ, ਉਹ ਸਭ ਆਨੰਦ ਵਾਲੀ ਹੈ। ਇਸ ਲਈ ਜਿਹੜੀ ਪੰਜਾਬ ਦੀ ਧਰਤੀ ਹੈ, ਭਾਰਤ ਖੰਡ ਦੀ ਭੂਮੀ ਵਿੱਚੋਂ ਵੀ ਜਿਹੜਾ ਪੰਜਾਬ ਹੈ, ਸਭ ਵਰਡ ਦੇ ਵਿੱਚੋਂ ਭਾਰਤ ਖੰਡ ਅਤੇ ਭਾਰਤ ਵਿੱਚੋਂ ਪੰਜਾਬ, ਇਹਦੀ ਧਰਤੀ ਬੜੀ ਆਨੰਦਦਾਇਕ ਹੈ, ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ। ਕੋਈ ਇਹੋ ਜਿਹੀ ਧਰਤੀ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਹਲ ਵਾਇਆ ਹੋਵੇ। ਇਹ ਪੰਜਾਬ ਦੀ ਧਰਤੀ ਤੇ ਲਾਗੇ ਡੇਰੇ ਬਾਬੇ ਨਾਨਕ ਦੇ ਨਾਲ ਹੀ ਰਾਵੀ ਦਰਿਆ ਤੇ ਬਿਲਕੁਲ ਨਜ਼ਦੀਕ ਉਹ ਸਾਰੀ ਜ਼ਮੀਨ ਗੁਰੂ ਸਾਹਿਬ ਦੇ ਖੇਤੀ ਵਾਲੀ ਆ। ਮਹਾਰਾਜ ਹਲ ਵਾਉਂਦੇ ਰਹੇ ਔਰ ਉਸ ਜ਼ਮੀਨ ਦੇ ਵਿੱਚੋਂ ਅਨਾਜ ਪੈਦਾ ਕਰਕੇ ਕਦੀ ਮੰਡੀ 'ਚ ਨਹੀਂ ਵੇਚਿਆ। ਅਸੀਂ ਗਰਾਈ ਕਰਕੇ ਵੀ ਮੰਡੀ 'ਚ ਲੈ ਜਾਂਦੇ ਹਾਂ। ਕੋਈ ਵੀ ਗੁਰੂ ਘਰ ਦੀ ਵਸਤੂ ਸਾਧ ਸੰਗਤ ਵੱਲੋਂ ਭੇਟਾ ਹੋਈ ਹੈ, ਉਹ ਸਭ ਸੰਗਤ ਦੇ ਵਿੱਚ ਹੀ ਵਰਤਣ ਦਾ ਹੁਕਮ ਹੈ। ਮਹਾਰਾਜ ਲੰਗਰ ਚਲਾਉਂਦੇ ਰਹੇ। ਕੋਈ ਇਹੋ ਜਿਹੀ ਧਰਤੀ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਹੱਟ ਸਾਹਿਬ ਦੀ ਕਾਰ ਕੀਤੀ ਹੋਏ। ਸੁਲਤਾਨਪੁਰ ਲੋਧੀ ਗੁਰਦੁਆਰਾ ਹੱਟ ਸਾਹਿਬ ਵਾਲੇ ਅਸਥਾਨ ਦੇ ਮਹਾਰਾਜ ਨੇ ਹੱਟੀ ਚਲਾਈ ਹੈ ਔਰ 13 ਤੋਲਿਆ ਤੇ ਵਪਾਰੀਆਂ ਨੂੰ ਸਿੱਖਿਆ ਦਿੱਤੀ ਹੈ ਕਿ ਗੁਰਮੁਖੋ ਧਰਮ ਦੀ ਕਿਰਤ ਕਰੋ। ਜੇ ਰੱਬ ਨੇ ਤੁਹਾਨੂੰ ਤੱਕੜੀ ਤੇ ਬਿਠਾਇਆ ਤੇ ਪੂਰਾ ਤੋਲੋ ਤੇ ਸੱਚ ਬੋਲੋ। ਲੋਕ ਮੰਨ ਲਓ ਆ ਮੈਡੀਕਲ ਸਟੋਰ ਵਾਲੇ ਨੇ ਕਿੰਨਾ ਰੌਲਾ ਪਿਆ, ਕਿੰਨਾ ਵੇਖੋ ਭੰਡੀ ਪ੍ਰਚਾਰ ਹੋਇਆ। ਗੋਲੀ 1 ਰੁਪਈਏ ਦੀ ਹੈ ਤੇ ਉਹਨੂੰ 100 ਰੁਪਈਏ ਦੀ ਵੇਚਣਾ। ਟੀਕਾ 10 ਰੁਪਈਆਂ ਦਾ, ਉਹਦਾ ਮੁੱਲ ਵੱਟ ਲੈਣਾ 1000 ਰੁਪਈਆ। ਤੇ ਇਸ ਵਾਸਤੇ ਕਿੰਨੀ ਵੇਖੋ ਉਹਲੇ ਵਾਲੀ ਗੱਲ ਹੈ। ਤੇ ਜੇ ਕੋਈ ਪ੍ਰਗਟ ਕਰਦਾ ਹੈ ਕਹਿੰਦੇ ਵੀ ਇਹਨੂੰ ਤਾਂ ਡਿਸਮਿਸ ਕਰੋ, ਕਿਤੇ ਵੀ ਹੈ। ਇਸ ਤਰ੍ਹਾਂ ਦੀ ਬੇਈਮਾਨੀ ਨਹੀਂ ਹੋਣੀ ਚਾਹੀਦੀ। ਵਪਾਰੀ ਦਾ ਕੰਮ ਹੈ ਕਿ ਸਸਤੀ ਚੀਜ਼ ਲੈ ਕੇ ਉਹਨੂੰ ਮਹਿੰਗੇ ਭਾਅ ਵੇਚਣਾ, ਪਰ ਇੰਨਾ ਵੀ ਮਹਿੰਗਾ ਨਾ ਵੇਚੋ ਵੀ ਅਗਲੇ ਦੇ ਕੱਪੜੇ ਹੀ ਲਵਾ ਦਿਓ, ਉਹਦੀ ਜੇਬ ਵੀ ਖਾਲੀ ਕਰ ਦਿਓ। ਵਿਚਾਰਾ ਸ਼ਹਿਰ ਆਇਆ, ਉਹਨੂੰ ਪਿੰਡ ਜਾਣ ਜੋਗੇ ਕਿਰਾਇਆ ਹੀ ਨਾ ਹੋਵੇ, ਪੈਸੇ ਹੀ ਨਾ ਹੋਣ। ਤੇ ਇਸ ਵਾਸਤੇ ਜਿੰਨਾ ਕੁ ਸਰਦਾ ਹੈ ਉਹਨਾਂ ਕੁ ਆਪਦਾ ਪ੍ਰੋਫਿਟ ਰੱਖੋ ਤੇ ਬਾਕੀ ਧਰਮ ਦੇ ਨਾਮ ਦੀ ਕਿਰਤ ਕਰੋ। ਮਹਾਰਾਜ ਕਹਿੰਦੇ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪੈਣ ਤੋਂ, 10 ਪਾਤਸ਼ਾਹੀਆਂ ਦੇ ਚਰਨ ਪੈਣ ਤੋਂ, ਜਿੰਨੇ ਸੰਤ ਭਗਤ ਪੀਰ ਪੈਗੰਬਰ ਔਲੀ ਅਵਤਾਰ ਇਸ ਧਰਤੀ ਤੇ ਹੋਏ ਨੇ, ਤੋ ਇਸ ਵਾਸਤੇ ਇਹ ਜਿਹੜੀ ਭਾਰਤ ਖੰਡ ਦੀ ਧਰਤੀ ਹੈ ਬੜੀ ਹੀ ਆਨੰਦਦਾਇਕ ਹੈ। ਕੁਦਰਤੀ ਮੌਸਮ ਵੀ ਸਰਦੀ ਗਰਮੀ ਵਾਲਾ ਤੇ ਇਹ ਵੀ ਸੁਹਾਵਣਾ ਹੈ। ਮੰਝ ਵਿਸੁਲਾ ਬਾਗ, ਪਰ ਇਹਦੇ ਵਿੱਚ ਕੋਈ ਸੰਗੀ ਜੀਵਾਂ ਨੇ ਚੋਰੀ ਕਰਕੇ, ਯਾਰੀ ਕਰਕੇ, ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਕੇ ਤੇ ਮੰਦ ਕਰਮਾਂ ਕਰਕੇ ਜ਼ਹਿਰ ਵਾਲਾ ਬਗੀਚਾ ਲਗਾ ਰੱਖਿਆ ਹੈ। ਰਹਿਣਾ ਔਖਾ ਹੋਇਆ ਪਿਆ ਹੈ। ਜਾਂ ਵੀ ਵਿਸ਼ੇਸ਼ ਕਰਕੇ ਸੂਲਾਂ ਵਾਲਾ ਦੁਖਦਾਇਕ ਜਾਂ ਈਰਖਾ ਰੂਪੀ ਸੂਲਾਂ ਵਾਲਾ ਬਾਗ ਲਗਾ ਰੱਖਿਆ ਹੈ। ਉਹੀ ਸਾਡੇ ਪੰਜਾਬੀ ਲੋਕ ਨੇ ਜਿਹੜੇ ਬਾਹਰਲੇ ਦੇਸ਼ਾਂ 'ਚ ਜਾ ਕੇ ਤੇ ਕਾਨੂੰਨ ਦੀ ਪਾਲਣਾ ਕਰਦੇ ਨੇ। ਜੇ ਸਾਰੇ ਇੱਥੇ ਆਪਦੇ ਦੇਸ਼ 'ਚ ਹੀ ਕਾਨੂੰਨ ਪਾਲਣ ਲੱਗ ਪੈਣ, ਕਿੰਨਾ ਚੰਗਾ ਮਾਹੌਲ ਬਣ ਜਾਏ। ਧਰਤੀ ਤਾਂ ਸੁਹਾਵਣੀ ਹੈ, ਪਰ ਸਾਡੇ ਵਰਗੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੇ ਗੰਦਗੀ ਖਿਲਾਰੀ ਹੋਈ ਹੈ, ਸਫਾਈ ਨਹੀਂ ਰੱਖਦੇ, ਨਿਯਮ ਦੇ ਵਿੱਚ, ਕਾਨੂੰਨ ਦੇ ਵਿੱਚ ਨਹੀਂ ਚੱਲਦੇ ਹਨ। ਜੋ ਨਰ ਪੀਰ ਨਿਵਾਜਿਆ, ਜਿਹੜੇ ਪੁਰਖ ਗੁਰੂਆਂ ਪੀਰਾਂ ਨੇ ਨਾਮਦਾਨ ਦੇ ਕੇ ਵਡਿਆਉਣਾ ਕੀਤੇ ਹਨ, ਤਿਨਾ ਅੰਚ ਨਾ ਲਾਗ, ਤਿਨਾਂ ਨੂੰ ਕੁਸੰਗਤ ਦਾ ਸੇਕ ਨਹੀਂ ਲੱਗ ਸਕਦਾ ਹੈ। ਮਤਲਬ ਗੁਰੂ ਘਰ ਦੇ ਵਿੱਚ ਕਲਯੁਗ ਤੋਂ ਬਚਾਅ ਹੁੰਦਾ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਦੇ ਨਾਲ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ। ਜੇ ਸਤਿਗੁਰੂ ਦੀ ਆਗਿਆ ਦੇ ਵਿੱਚ ਚੱਲੇ ਤਾਂ ਕਲਯੁਗ ਵੀ ਧੰਨ ਹੈ। ਇਸੇ ਪ੍ਰਕਾਰ ਫਰੀਦਾ ਭੂਮ ਰੰਗਾਵਲੀ, ਫਰੀਦ ਸਾਹਿਬ ਜੀ ਕਥਨ ਕਰਦੇ ਨੇ ਕਿ ਇਹ ਜੋ ਸ਼ੁੱਧ ਰੂਪ ਧਰਤੀ, ਸ਼ੁੱਧ ਕੀ ਬੁੱਧੀ, ਸ਼ੁੱਧ ਬੁੱਧੀ ਰੂਪ ਜਿਹੜੀ ਧਰਤੀ ਹੈ ਇਹ ਆਨੰਦਦਾਇਕ ਹੈ। ਮੰਝ ਵਿਸੂਲਾ ਬਾਗ, ਪਰ ਇਹਦੇ ਵਿੱਚ ਜੀਵਾਂ ਨੇ ਬੁੱਧੀ ਰੂਪ ਧਰਤੀ ਦੇ ਵਿੱਚ ਵਿਸ਼ੇ ਵਿਕਾਰਾਂ ਦਾ ਜ਼ਹਿਰੀਲਾ ਬਾਗ ਲਗਾ ਰੱਖਿਆ ਹੈ।
ਜਾਂ ਵਿਸ਼ੇਸ਼ ਕਰਕੇ ਕਾਮ ਆਦਿਕ ਰੂਪੀ ਸੂਲਾਂ ਦਾ ਬਾਗ ਲਗਾ ਰੱਖਿਆ ਹੈ। ਬੁੱਧੀ ਨੂੰ, ਚੰਗੀ ਭਲੀ ਨੂੰ ਔਗਣਾ ਵਿਕਾਰਾਂ ਨਾਲ ਵਿਗਾੜਿਆ ਹੋਇਆ ਹੈ। ਜੋ ਨਰ ਪੀਰ ਨਿਵਾਜਿਆ, ਪਰੰਤੂ ਜਿਹੜੇ ਪੁਰਖ ਗੁਰੂਆਂ ਪੀਰਾਂ ਨੇ ਨਾਮਦਾਨ ਦੇ ਕੇ ਵਡਿਆਉਣਾ ਕੀਤੇ ਹਨ, ਤਿਨਾ ਅੰਚ ਨਾ ਲਾਗ। ਉਹਨਾਂ ਨੂੰ ਈਰਖਾ ਰੂਪੀ, ਕਾਲ ਰੂਪੀ ਵਿਗਾਰਾਂ ਨੂੰ ਭੋਗਣ ਦੀ ਇੱਛਾ ਰੂਪ ਸੇਕ ਨਹੀਂ ਲੱਗਦਾ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਫਰੀਦਾ ਉਮਰ ਸੁਹਾਵੜੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਫਰੀਦ ਤੂੰ ਇਸ ਤਰ੍ਹਾਂ ਜਾਣ, ਜਾਂ ਭਗਤ ਫਰੀਦ ਜੀ ਕਥਨ ਕਰਦੇ ਨੇ ਕਿ ਤੂੰ ਇਸ ਤਰ੍ਹਾਂ ਸਮਝ ਗੁਰਮੁਖਾ ਹੈ, ਜਿਹੜੀ ਉਮਰ ਆਜੂ ਦੀ ਚੜ੍ਹਦੀ ਜਵਾਨੀ ਵਾਲੀ ਸੁਹਾਵੜੀ ਅਵਸਥਾ ਸੀਗੀ ਉਹ ਬੜੀ ਸ਼ੋਭਨੀਕ ਹੁੰਦੀ ਸੀਗੀ। ਹੁਣ ਤਾਂ ਤਾਤੀ ਮਰ ਗਏ ਨੇ, ਪਹਿਲਾਂ ਬੜਾ ਸ਼ੌਂਕ ਹੁੰਦਾ ਸੀਗਾ। ਇਸ ਲਈ ਜਿਹੜੇ ਜਵਾਨ ਪੁਰਖ ਨੇ ਉਹ ਧਿਆਨ ਨਾਲ ਸੁਣਨ ਵੀ ਤੁਸੀਂ ਜਵਾਨ ਹੋ, ਜਵਾਨੀ ਵਾਲੀ ਉਮਰ ਬੜੀ ਸ਼ੋਭਨੀਕ ਹੁੰਦੀ ਹੈ। ਸੰਗ ਸੁਵੰਨੜੀ ਦੇ। ਇੱਕ ਤਾਂ ਸਾਡੀ ਉਮਰ ਜਵਾਨੀ ਵਾਲੀ ਆ, ਦੂਸਰਾ ਸੋਹਣੇ ਰੰਗੀ ਸੋਹਣੇ ਰੰਗ ਵਾਲੀ ਕਾਇਆ ਹੋਏ। ਵਿਰਲੇ ਕਈ ਪਾਈਆਂ ਨਾ। ਸੋ ਇਹ ਜਿਹੜੇ ਦਾਤਾ ਨੇ, ਰੱਬ ਦੀਆਂ ਦਾਤਾ ਨੇ, ਕੋਈ ਵਿਰਲਾ ਮਹਾਂਪੁਰਖ ਸੁੰਦਰ ਸਰੂਪ, ਸੁਭ ਕੁਲ ਜਨਮ ਤੇ ਸਰੂਪ ਤਨ, ਭੂਪ ਹੋ ਗਿਆ ਪਤ, ਤੇ ਜਿਹੜਾ ਸੁੰਦਰ ਸਰੂਪ ਵਾਲਾ ਹੈ, ਸ਼ੁਭ ਕੁਲ ਦੇ ਵਿੱਚ ਜਨਮ ਹੋਇਆ ਹੈ, ਰਾਜਿਆਂ ਵਰਗੇ ਉਹਨੂੰ ਭੋਗ ਪਦਾਰਥ ਪ੍ਰਾਪਤ ਨੇ। ਤੇ ਹੋਰ ਉਹ ਸਾਰ ਕਿਤਾਬਲੀ ਦੇ ਕਰਤਾ ਕਵੀ ਹਰਦਿਆਲ ਨੇ ਗੁਣ ਲਿਖੇ ਨੇ, ਕਹਿੰਦੇ ਧਰਮ ਫਲ ਇਹ ਸੱਤ, ਇਹ ਸੱਤ ਧਰਮ ਦੇ ਫਲ ਸਮਝੋ ਵੀ ਉਹਨੇ ਪਿਛਲੇ ਜਨਮ 'ਚ ਧਰਮ ਕਮਾਇਆ। ਪੁੰਨੀ ਬੰਦੇ ਨੂੰ ਚੀਜ਼ਾਂ ਮਿਲਦੀਆਂ ਨੇ, ਇਸ ਲਈ ਭਾਗ ਸਮਝੋ ਆਪਦੇ ਵੱਡੇ। ਜਿਨਾ ਪਿਆਰੇ ਨੇ ਜਵਾਨੀ ਦੀ ਉਮਰ ਪਾ ਕੇ, ਸੋਹਣਾ ਸੁੰਦਰ ਸਰੂਪ ਪਾ ਕੇ ਤੇ ਤੰਦਰੁਸਤੀ ਪਾ ਕੇ, ਫਿਰ ਜਿਨ੍ਹਾਂ ਦਾ ਪਿਆਰੇ ਗੁਰਾਂ ਨਾਲ ਪਰਮੇਸ਼ਰ ਨਾਲ ਪ੍ਰੇਮ ਹੋਵੇ, ਫਿਰ ਵੀ ਉਹ ਨਿਤਨੇਮ ਕਰਦੇ ਹੋਣ ਤੇ ਗੁਰਦੁਆਰੇ ਆਉਂਦੇ ਹੋਣ, ਸੰਗਤ ਕਰਦੇ ਹੋਣ। ਇਹ ਤਿੰਨੇ ਗੱਲਾਂ ਕੋਈ ਵਿਰਲੇ ਟਾਵੇਂ ਪੁਰਖ ਹੀ ਪਾਉਂਦੇ ਨੇ, ਨਹੀਂ ਤਾਂ ਇਨਸਾਨ ਤਨ ਜੋਬਨ ਤੋਂ ਹੀ ਵੈਰੀ ਹੋਏ। ਪੈਸੇ ਦੀ ਮਸਤੀ ਵਿੱਚ ਤੇ ਜਵਾਨੀ ਦੀ ਮਸਤੀ ਵਿੱਚ ਕਮਲਾ ਹੋ ਕੇ ਪਾਪ ਕਰਮ ਕਰਨ ਜਾਂਦਾ ਹੈ, ਜਿਸ ਕਰਕੇ ਇਹ ਹੀ ਚੀਜ਼ਾਂ ਉਹਦੇ ਵੈਰੀ ਬਣ ਜਾਂਦੀਆਂ। ਜਿਨੀ ਰਕੇ ਰੰਗ ਲਾਏ, ਜਿਨ੍ਹਾਂ ਨਾਲ ਅਸੀਂ ਆਨੰਦ ਲਾ ਕੇ ਰੱਖਿਆ ਹੋਇਆ ਹੈ, ਤਾਂ ਇਸ ਵਾਸਤੇ ਇਹੀ ਨੁਕਸਾਨ ਵਾਲੀਆਂ ਬਣ ਜਾਂਦੀਆਂ। ਇਹ ਸਭ ਕੁਝ ਪਾ ਕੇ ਵੀ ਜੇ ਕੋਈ ਗੁਰੂ ਘਰ ਨੂੰ ਮੰਨਦਾ, ਅੰਮ੍ਰਿਤਧਾਰੀ ਹੈ ਤੇ ਨਿਤਨੇਮੀ ਹੈ, ਸਮਝ ਲਓ ਉਹਦੇ ਭਾਗ ਵੱਡੇ ਹਨ। ਇਸੇ ਪ੍ਰਕਾਰ ਫਰੀਦਾ ਉਮਰ ਸੁਹਾਵੜੀ। ਭਗਤ ਫਰੀਦ ਸਾਹਿਬ ਜੀ ਕਹਿੰਦੇ ਹੈ ਭਾਈ, ਉਹਨਾਂ ਦੀ ਅਵਸਥਾ ਰੂਪੀ ਉਮਰ ਸ਼ੋਭਨੀਕ ਹੈ। ਸੰਗ ਸੁਵੰਨੜੀ ਦੇ। ਜਿਨ੍ਹਾਂ ਦੀ ਬੁੱਧੀ ਰੂਪ ਦੇ ਸ਼ੁਭ ਗੁਣਾ ਰੂਪ ਸੋਹਣੇ ਰੰਗ ਵਾਲੀ ਹੈ। ਇਨਸਾਨ ਸ਼ਕਲ ਤੋਂ ਨਹੀਂ, ਅਕਲ ਤੋਂ ਪਹਿਚਾਣਿਆ ਜਾਂਦਾ ਹੈ। ਇਸ ਲਈ ਸੁੰਦਰ ਸਰੂਪ ਨਾਲ ਕੋਈ ਸੁੰਦਰ ਨਹੀਂ ਬਣਦਾ, ਗੁਣਾਂ ਨਾਲ ਸੁੰਦਰ ਬਣਦਾ ਹੈ। ਗੁਣ ਕਿਹੜਾ ਹੈ ਸਭ ਤੋਂ ਉੱਤਮ? ਕਿ ਗੁਰੂ ਘਰ ਚੌਂਕੜਾ ਮਾਰ ਕੇ ਹਾਜ਼ਰੀ ਲਵਾਉਣੀ, ਉਸ ਤੋਂ ਬਾਅਦ ਹੀ ਗੁਣ ਪ੍ਰਾਪਤ ਹੁੰਦੇ ਨੇ। ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ। ਹਰ ਅਮਿਓ ਰਸਾਇਨ ਪੀਵੀ ਹੈ, ਮੋਇ ਡਿਠੇ ਜਨ ਕੇ ਜੀਵੀ ਹੈ। ਤੋ ਇਸ ਤਰ੍ਹਾਂ ਸਾਹਿਬਾਂ ਦੇ ਬਚਨ ਹਨ ਕਿ ਉਹਨਾਂ ਦੀ ਬੁੱਧੀ ਰੂਪ ਦੇ ਸ਼ੁਭ ਗੁਣਾ ਕਰਕੇ ਸੋਹਣੇ ਰੰਗ ਵਾਲੀ ਹੈ। ਵਿਰਲੇ ਕਈ ਪਾਈਆਂ ਪਰ ਉਹ ਕੋਈ ਵਿਰਲਾ ਪੁਰਖ ਹੀ ਪਾਉਂਦਾ ਹੈ। ਜਿਨ੍ਹਾਂ ਪਿਆਰੇ ਨੇ। ਜਿਨ੍ਹਾਂ ਦਾ ਪਿਆਰੇ ਗੁਰਾਂ ਨਾਲ, ਪਰਮੇਸ਼ਰ ਨਾਲ ਪ੍ਰੇਮ ਲੱਗਿਆ ਹੋਇਆ ਹੈ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪੌੜੀ ਕੋਟਣ ਮੈਂ ਨਾਨਕ ਕੋ ਨਾਰਾਇਣ ਜੇ ਚੇਤ। ਅਰਬਾਂ ਕਰੋੜਾਂ ਦੁਨੀਆ ਹੈ, ਪਰ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਮਹਾਂਪੁਰਖ ਹੈ
ਜਿਹਦੇ ਚਿਤ ਚੇਤੇ ਵਾਹਿਗੁਰੂ ਜੀ ਦਾ ਨਾਮ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੌੜੀ ਉਚਾਰ ਰਹੇ ਨੇ। ਜਪ ਤਪ ਸੰਜਮ ਦਇਆ ਧਰਮ। ਬਾਣੀ ਕਰਕੇ ਜਾਪ ਕਰਨਾ, ਸਰੀਰ ਦੁਆਰਾ ਸੇਵਾ ਰੂਪੀ ਤਪ ਕਰਨਾ, ਸਮਦਮ ਸਾਧਨਾ ਦੁਆਰਾ ਇੰਦਰੀਆਂ ਦਾ ਦਮਨ ਕਰਨਾ, ਕਿਸੇ ਦੁਖੀ ਤੇ ਦਇਆ ਕਰਨੀ, ਤਰਸ ਕਰਨਾ, ਤੇ ਸਵੈ ਧਰਮ ਦੇ ਵਿੱਚ ਪਰਪੱਕ ਰਹਿਣਾ ਇਤਿਆਦਿਕ। ਜਿਸ ਦੇਹ ਸੋ ਪਾਏ। ਜ਼ੋਰ ਜਬਰੀ ਜ਼ਬਰਦਸਤੀ ਕਿਸੇ ਨੂੰ ਘੋਲ ਕੇ ਕੋਈ ਅੰਮ੍ਰਿਤ ਨਹੀਂ ਪਿਆ ਸਕਦਾ। ਇਹ ਤਾਂ ਆਪ ਦਾ ਮਨ ਮੰਨੇ, ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਬਖਸ਼ਿਸ਼ਾਂ ਮਿਲਦੀਆਂ ਨੇ। ਇਹ ਸਭ ਕੁਝ ਜਿਸ ਨੂੰ ਪਰਮੇਸ਼ਰ ਦਿੰਦਾ ਉਹੀ ਪਾਉਂਦਾ ਹੈ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਪੈ ਸਈ। ਜਿਸ ਬੁਝਾਏ ਅਗਨ ਆਪ। ਜਿਸ ਦੇ ਪਰਮੇਸ਼ਰ ਆਪ ਅੰਦਰੋਂ ਈਰਖਾ ਵਿਸ਼ੇ ਵਿਕਾਰਾ ਤ੍ਰਿਸ਼ਨਾ ਰੂਪੀ ਅੱਗ ਬੁਝਾ ਦਿੰਦਾ ਹੈ। ਸੋ ਨਾਮ ਧਿਆਏ। ਉਹੀ ਪਰਮੇਸ਼ਰ ਦੇ ਨਾਮ ਨੂੰ ਗੁਰੂ ਉਪਦੇਸ਼ ਦੁਆਰਾ ਧਿਆਉਂਦਾ ਹੈ। ਅੰਤਰ ਜਾਮੀ ਆਗਮ ਪੁਰਖ। ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜੋ ਘਟ ਘਟ ਦੇ ਅੰਦਰ ਦੀ ਜਾਣਨ ਵਾਲਾ, ਵੇਦਾਂ ਸ਼ਾਸਤਰਾਂ ਕਰਕੇ ਅਗਮ ਤੇ ਪਰਿਪੂਰਨ ਪੂਹ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ। ਇੱਕ ਦ੍ਰਿਸ਼ਟ ਦਿਖਾਏ। ਉਹ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਏਕਤਾ ਵਾਲੀ ਦ੍ਰਿਸ਼ਟੀ ਦਿਖਾ ਦਿੰਦਾ, ਭਾਵ ਸਾਰਿਆਂ 'ਚ ਆਪਣੀ ਜੋਤ ਦੇ ਦਰਸ਼ਨ ਕਰਵਾ ਦਿੰਦਾ ਹੈ। ਸਤ ਸੰਗਤ ਕੈ ਆਸਰੈ। ਸਾਧ ਸੰਗਤ ਕੈ ਆਸਰੈ। ਉਹ ਪੁਰਖ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਸਹਾਰੇ ਹੋ ਕਰਕੇ, ਇੱਕ ਹੁੰਦੀ ਹੈ ਸੰਗਤ ਜਿਹੜੀ ਨਾਰਮਲ ਹੋਵੇ, ਨਾ ਚੰਗੀ ਨਾ ਮਾੜੀ। ਇੱਕ ਹੁੰਦੀ ਹੈ ਕੁਸੰਗਤ, ਮਾੜੀ ਸੰਗਤ। ਇੱਕ ਹੁੰਦੀ ਹੈ ਸਤ ਸੰਗਤ, ਜਿਹਦੇ 'ਚ ਸਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਤੇ ਇੱਕ ਹੁੰਦੀ ਹੈ ਸਾਧ ਸੰਗਤ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਭਾਵੇਂ ਨਾ ਹੀ ਹੋਵੇ। ਜਿਸ ਤਰ੍ਹਾਂ ਸੁਹਾਣੇ ਵਾਲੀਆਂ ਮਾਈਆਂ ਸੰਗਤਾਂ ਦੇ ਘਰਾਂ ਜਾ ਕੇ ਸੁਖਮਨੀ ਸਾਹਿਬ ਪੜ੍ਹਦੀਆਂ ਨੇ ਗੁਟਕੇ ਸਾਹਿਬਾਂ ਤੋਂ, ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰਦੀਆਂ, ਕਿਉਂਕਿ ਕਈਆਂ ਦੀ ਮਜਬੂਰੀ ਹੁੰਦੀ ਹੈ ਤੇ ਉਹ ਵਿਚਾਰੇ ਕਰਵਾ ਨਹੀਂ ਸਕਦੇ, ਜਾਂ ਵੈਸੇ ਹੀ ਸਮਾਗਮ ਹੀ ਉਹਨਾਂ ਕੁ ਹੁੰਦਾ ਸੀਮਤ ਜਿਹਾ। ਤੋ ਉਹ ਜੇ ਮਹਾਰਾਜ ਦੇ ਚਰਨੀ ਪੈਣਗੇ ਤਾਂ ਫਿਰ ਬਾਣੀ ਦਾ ਪਾਠ ਕਿਵੇਂ ਹੋਊਗਾ। ਤੋ ਮਾਈਆਂ ਬੀਬੀਆਂ ਦੇ ਪਰਉਪਕਾਰ ਹੈ ਵੀ ਉਹ ਬਿਨਾਂ ਪੈਸੇ ਤੋਂ ਨਿਸ਼ਕਾਮਤਾ ਨਾਲ ਘਰੋਂ ਘਰ ਜਾ ਕੇ ਸੁਖਮਨੀ ਸਾਹਿਬ ਪੜ੍ਹਦੀਆਂ ਨੇ, ਜਿੱਥੇ ਕੋਈ ਯਾਦ ਕਰੇ। ਉਹ ਹੁੰਦੀ ਹੈ ਸਾਧ ਸੰਗਤ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਭਾਵੇਂ ਨਾ ਹੋਵੇ ਪਰ ਬਾਣੀ ਦਾ ਪ੍ਰਵਾਹ ਜ਼ਰੂਰ ਚੱਲਦਾ ਹੋਵੇ। ਇੱਕ ਸਿੱਖ ਦੋਏ ਸਾਧ ਸੰਗ, ਇਕੱਲਾ ਤਾਂ ਸਿੱਖ ਹੈ ਸਿੰਘ, ਜਾਂ ਦੋ ਮਿਲ ਗਏ ਉਹ ਸਾਧ ਸੰਗਤ ਬਣ ਗਈ। ਤੇ ਜਿੱਥੇ ਪੰਜ ਆ ਗਏ, ਪੰਜੀ ਪਰਮੇਸ਼ਰ ਤੇ ਪਰਮੇਸ਼ਰ ਆ ਗਿਆ। ਤੋ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਸਹਾਰੇ ਹੋ ਕੇ ਪ੍ਰਭ ਸਿਉ ਰੰਗ ਲਾਏ। ਉਸ ਪਰਮੇਸ਼ਰ ਨਾਲ ਪ੍ਰੇਮ ਲਾਉਂਦਾ ਹੈ, ਸੋ ਉਹ ਪੁਰਸ਼ ਭਲਾ ਹੈ। ਵਾਹਿਗੁਰੂ ਜੇ ਤੇ ਆਪ ਕਿਰਪਾ ਕਰਦਾ, ਉਹਦਾ ਸੰਗਤ ਵਿੱਚ ਪ੍ਰੇਮ ਲਾਉਂਦਾ ਹੈ। ਔਗਣ ਘਟ ਮੁਖ ਉਜਲਾ। ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਪੈ ਸਈ। ਉਹਨਾਂ ਨੂੰ ਨਾਮ ਦਾਨ ਬਖਸ਼ ਕੇ ਉਹਨਾਂ ਦੇ ਸਾਰੇ ਕਾਮ ਆਦਿਕ ਔਗਣ ਦੋਸ਼ ਕੱਟ ਦਿੰਦਾ, ਮੇਟ ਦਿੱਤੇ ਨੇ। ਤੇ ਮੁੱਖ ਉਜਲਾ, ਆਪਾਂ ਪਾਊਡਰ ਕਰੀਮਾਂ ਲਾ ਕੇ ਸੋਹਣਾ ਬੜਾ ਸਵਾਰ ਕੇ ਉਜਲ ਬਣਦੇ ਆ, ਪਰ ਉਜਲ ਮੁੱਖ ਦੀ ਨਿਸ਼ਾਨੀ ਹੈ ਕਿ ਬਾਣੀ ਦਾ ਨਿਤਨੇਮ ਹੋਵੇ ਤੇ ਔਗਣਾ ਵਿਕਾਰਾਂ ਤੋਂ ਰਹਿਤ ਹੋਵੇ। ਲੋਕ ਪਰਲੋਕ ਦੇ ਵਿੱਚ ਉਹਨਾਂ ਦਾ ਉਜਲਾ ਮੁੱਖ ਪਵਿੱਤਰ ਹੋਇਆ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਮ ਦਾ ਖਜ਼ਾਨਾ ਹੈ ਤਾਂ ਸਾਰਿਆਂ ਦੇ ਅੰਦਰ, ਪਰ ਜਿਹੜੇ ਜਾਪ ਜਪਦੇ ਨੇ ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ।
ਹਿਰਦੇ ਰੂਪੀ ਘਰ 'ਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਇਕਾਗਰਤਾ ਨਾਲ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਗੁਰਬਾਣੀ ਵਿਚਾਰ, ਮੁਖੋਂ ਕਥਾ ਕਰਦੇ, ਕੀਰਤਨ ਕਰਦੇ, ਬਾਣੀ ਦਾ ਪਾਠ ਪੜ੍ਹਦੇ, ਨਿਤਨੇਮ ਕਰਦੇ, ਸੰਗਤ ਕਰਦੇ ਨੇ, ਆਪਣੇ ਆਪ ਨੂੰ ਦਾਸ ਕਹਿੰਦੇ ਨੇ, ਨਿਮਰਤਾ ਜਣਾਉਂਦੇ। ਗੁਰਬਾਣੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ। ਉਹਨਾਂ ਦੇ ਮੁਖ ਬਾਣੀ ਪੜ੍ਹਨ ਵਾਲਿਆਂ ਦੇ, ਰਹਿਤ ਮਰਿਆਦਾ 'ਚ ਰਹਿਣ ਵਾਲਿਆਂ ਦੇ, ਨਾਮ ਜਪਣ ਵਾਲਿਆਂ ਦੇ, ਤੇ ਇਸ ਵਾਹਿਗੁਰੂ ਦੇ ਸੱਚੇ ਦਰਬਾਰ ਧਰਮ ਰਾਜੇ ਦੀ ਕਚਹਿਰੀ ਵਿੱਚ ਉਜਲਾ ਮੁਖ ਹੁੰਦਾ ਹੈ। ਹੇਠਾਂ ਨਿਉਣੀ ਨਹੀਂ ਪਾਉਣੀ ਪੈਂਦੀ ਉਹਨਾਂ ਨੂੰ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਔਰੰਗਜ਼ੇਬ ਨੂੰ ਆਖਿਆ ਸੀ, ਇਹ ਔਰੰਗਜ਼ੇਬ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਣ ਕੈ ਅਵਤ ਲਾਜਾ। ਤੂੰ ਮੈਨੂੰ ਕਹਿੰਦਾ ਕਰਾਮਾਤ ਦਿਖਾ। ਜਿਹੜੇ ਪ੍ਰਭੂ ਦੇ ਲੋਕ ਸੰਤ ਨੇ ਇਹਨੂੰ ਨਾਟਕ ਸਮਝਦੇ ਨੇ, ਜਿਸ ਤਰ੍ਹਾਂ ਜਾਦੂ ਦਾ ਤਮਾਸ਼ਾ ਹੁੰਦਾ। ਤਮਾਸ਼ਾ ਦਿਖਾਉਣ ਵਾਲਿਆਂ ਨੂੰ ਤੇ ਰੱਬ ਦੀ ਦਰਗਾਹ ਦੇ ਵਿੱਚ ਲੱਜਿਆਵਾਨ ਹੋਣਾ ਪੈਂਦਾ ਹੈ। ਹੇਠਾਂ ਅੱਖਾਂ ਨਿਉਣੀਆਂ ਕਰਨੀਆਂ ਪੈਂਦੀਆਂ ਨੇ। ਅਸੀਂ ਉਜਲੇ ਮੁਖ ਜਾਣਾ ਚਾਹੁੰਦੇ ਹਾਂ, ਸਾਹਮਣੇ ਮੱਥੇ ਮਹਾਰਾਜ ਦੇ ਦਰਸ਼ਨ ਕਰੀਏ। ਇਸ ਲਈ ਕਰਾਮਾਤ ਨਾਮ ਹੈ ਕਹਿਰ ਦਾ। ਜਦ ਕਰਾਮਾਤ ਵਰਤਦੀ ਹੈ, ਕਿਸੇ ਨਾ ਕਿਸੇ ਦੇ ਕਹਿਰ ਟੁੱਟਦਾ, ਜਿਵੇਂ ਬਿਜਲੀ ਡਿੱਗੀ ਤੇ ਵਾਰੇ ਵਾਰੇ ਜਾਈਏ ਨਿਸ਼ਾਨ ਸਾਹਿਬ ਦੇ, ਐਵੇਂ ਭਾਈ ਮਾੜਾ ਕਹੀਏ ਨਿਸ਼ਾਨ ਸਾਹਿਬ ਨੂੰ। ਜੇ ਕਿਸੇ ਹੋਰ ਤੇ ਡਿੱਗਦੀ ਤੇ ਉਹਨੇ ਬਿਲਡਿੰਗ ਹੀ ਤਬਾਹ ਕਰ ਦੇਣੀ ਜਾਂ ਬੰਦਾ ਮਾਰ ਘੱਤਣਾ ਸੀ। ਨਿਸ਼ਾਨ ਸਾਹਿਬ ਨੇ ਆਪ ਦੇ ਸਿਰ ਉੱਪਰ ਸਾਰੀ ਉਹ ਸਾਰੀ ਅਰਥ ਕਰਕੇ ਕਰੰਟ ਆ ਗਿਆ ਸਾਰੇ 'ਚ। ਅੱਜ ਜਿੱਦਾਂ ਕੱਲ ਪਰਸੋਂ ਦੀ ਗੱਲ ਹੈ। ਤੋ ਇਸ ਲਈ ਜਿਹੜੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਗੁਰਸਿੱਖ ਨੂੰ ਉਜਲ ਕਰਦੇ ਨੇ, ਔਗਣਾਂ ਨੂੰ ਕੱਟ ਕੇ ਤੇ ਮੁਖ ਉਜਲਾ ਕਰਕੇ। ਉਜਲੇ ਮੁਖ ਜਿਹੜੇ ਕਰਾਮਾਂ ਦਿਖਾਉਂਦੇ ਨੇ ਉਹ ਸਮਝ ਲਓ ਕਹਿਰ ਦਾ ਨਾਮ ਹੈ। ਤੇ ਜਿੱਥੇ ਕਹਿਰ ਹੋਵੇ ਉੱਥੇ ਨੁਕਸਾਨ ਹੁੰਦਾ, ਜਾਂ ਆਪ ਦਾ ਜਾਂ ਹੋਰ ਕਿਸੇ ਦਾ। ਤੋ ਇਸ ਲਈ ਰੱਬ ਦੇ ਪਿਆਰੇ ਭਗਤੀ ਕਰਦੇ ਨੇ, ਅਰਦਾਸ ਕਰਕੇ ਹੀ ਰੱਬ ਨੂੰ ਮਨਾਉਂਦੇ ਨੇ, ਕਰਾਮਾਤ ਨਹੀਂ ਦਿਖਾਉਂਦੇ ਹਨ। ਉਹਨਾਂ ਦਾ ਮੁਖ ਉਜਲਾ ਹੁੰਦਾ ਹੈ, ਜਿਨ੍ਹਾਂ ਦੀ ਔਗਣ ਕੱਟ ਦਿੱਤੇ ਨੇ। ਹਰਿ ਨਾਮ ਤਰਾਏ, ਕਿਉਂਕਿ ਉਸ ਨੂੰ ਹਰੀ ਪਰਮੇਸ਼ਰ ਆਪ ਗੁਰਾਂ ਦੁਆਰਾ ਨਾਮ ਰੂਪ ਜਹਾਜ਼ ਤੇ ਚਾੜ ਕੇ ਸੰਸਾਰ ਸਮੁੰਦਰ ਤੋਂ ਤਾਰਨਾ ਕਰਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਜਨਮ ਮਰਨ ਭਾਉ ਕਟਿਓ ਨਾ, ਉਹਨਾਂ ਦਾ ਪਰਮੇਸ਼ਰ ਨੇ ਜੰਮਣ ਦੇ ਮਰਨ ਦਾ ਡਰ ਕੱਟ ਸੁੱਟਿਆ ਹੈ। ਜੋਨ ਨਾ ਪਾਏ, ਪਰ ਫਿਰ ਮੁੜ ਕੇ ਉਹਨਾਂ ਨੂੰ ਜੂਨਾਂ 'ਚ ਨਹੀਂ ਪਾਉਂਦਾ ਹੈ। ਅੰਧ ਕੂਪ ਤੇ ਕਾਢਿਆ ਨਾ, ਪਰਮੇਸ਼ਰ ਨੇ ਜਿਸ ਨੂੰ ਲੜ ਆਪ ਫੜਾਏ। ਆਪਣਾ ਸ਼ਰਨ ਰੂਪ ਲੜ, ਪ੍ਰੇਮ ਰੂਪ ਲੜ, ਸਤ ਸੰਗਤ ਰੂਪ ਪੱਲਾ ਪਕੜਾ ਕੇ ਅਗਿਆਨ ਦਾ ਰੂਪ ਹਨੇਰੇ ਵਾਲੇ ਸੰਸਾਰ ਦੇ ਅੰਨੇ ਖੂਹ ਤੋਂ ਬਾਹਰ ਕੱਢ ਲਿਆ ਹੈ। ਨਾਨਕ ਬਖਸ਼ ਮਿਲਾਇਆ ਨਾ, ਬਸ ਗੱਲ ਤਾਂ ਬਖਸ਼ਿਸ਼ ਦੀ ਹੈ। ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਬਖਸ਼ਿਆਂ ਦੀ ਨਿਸ਼ਾਨੀ ਕੀ ਹੈ? ਕਿ ਉਹ ਹਮੇਸ਼ਾ ਵਾਹਿਗੁਰੂ ਜੀ ਦਾ ਜਸ ਕਰਦੇ ਰਹਿੰਦੇ ਨੇ। ਸਮਝ ਲਓ ਇਹ ਕਥਾ ਸਾਨੂੰ ਪ੍ਰਾਪਤ ਹੋਈ ਹੈ, ਕੀਰਤਨ ਪ੍ਰਾਪਤ ਹੋਇਆ, ਬਾਣੀ ਦਾ ਨਿਤਨੇਮ ਪਾਠ ਪੂਜਾ ਪ੍ਰਾਪਤ ਹੋਈ, ਤਾਂ ਸਮਝਣਾ ਚਾਹੀਦਾ ਵਾਹਿਗੁਰੂ ਨੇ ਸਾਨੂੰ ਬਖਸ਼ ਲਿਆ। 1 ਮਿੰਟ ਲਈ ਭਾਵੇਂ ਬਖਸ਼ਿਆ, ਪਰ ਬਖਸ਼ ਤਾਂ ਲਿਆ ਨਾ। ਭਾਵੇਂ 5 ਮਿੰਟ ਲਈ ਬਖਸ਼ਿਆ ਤਾਂ ਸਹੀ, ਭਾਵੇਂ ਅੱਧੇ ਘੰਟੇ ਲਈ, ਭਾਵੇਂ ਘੰਟੇ ਲਈ ਬਖਸ਼ੇ ਤਾਂ ਗਏ ਨਾ। ਉਹਦੀ ਨਿਗਾਹ ਤਾਂ ਇੱਕ ਵਾਰ ਪੈ ਗਈ, ਚਲੋ ਹੌਲੀ ਹੌਲੀ ਉਹੀ ਬਖਸ਼ੇ ਜਾਵਾਂਗੇ। 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੋ ਜਿਨ੍ਹਾਂ ਨੂੰ ਬਖਸ਼ਿਆ ਹੈ ਉਹਨਾਂ ਨੂੰ ਆਪ ਦੇ ਨਾਲ ਮਿਲਾਇਆ। ਉਸ ਤਰ੍ਹਾਂ ਬੰਦਾ ਗੁਰਦੁਆਰੇ ਆ ਹੀ ਨਹੀਂ ਸਕਦਾ, ਬਖਸ਼ਿਆ ਹੋਇਆ ਹੀ ਮਿਲਦਾ ਹੈ। ਪਾਵਨ ਲਹਿਣਾ ਜੀ ਨੂੰ ਬਖਸ਼ ਲਿਆ ਤਾਂ ਆਪ ਦੇ ਦਰਸ਼ਨ ਦਿੱਤੇ। ਗੁਰੂ ਅਮਰਦਾਸ ਜੀ ਨੂੰ ਬਖਸ਼ ਲਿਆ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪ੍ਰਾਪਤੀ ਹੋਈ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਬਖਸ਼ ਕੇ ਆਪਣੇ ਨਾਲ ਮਿਲਾਇਆ। ਤੋ ਇਸ ਤਰ੍ਹਾਂ ਫਿਰ ਅਨੇਕਾਂ ਸੰਤਾਂ ਗੁਰਸਿੱਖਾਂ ਭਗਤਾਂ ਨੂੰ ਬਖਸ਼ ਕੇ ਮਹਾਰਾਜ ਨੇ ਦਰਸ਼ਨ ਦਿੱਤੇ। ਪਰਮੇਸ਼ਰ ਨੇ ਜਿਹੜੇ ਗੁਰੂ ਨਾਲ ਆਪਣੇ ਨਾਲ ਮਿਲੇ ਨੇ, ਫਿਰ ਗੁਰੂ ਦੇ ਰਾਹੀਂ ਪਰਮੇਸ਼ਰ ਨੇ ਬਖਸ਼ ਕੇ ਆਪਣੇ ਨਾਲ ਮਿਲਾਇਆ। ਸੰਗਤ ਦੇ ਚਰਨਾਂ, ਗੁਰੂ ਦੇ ਚਰਨਾਂ ਪਿੱਛੇ ਕਈਆਂ ਨੂੰ ਮਹਾਰਾਜ ਨੇ ਬਖਸ਼ਿਆ।
ਉਹਨੂੰ ਆਪਦੇ ਸੱਚ ਰੂਪ ਦੀ ਬਖਸ਼ਿਸ਼ ਕਰਕੇ ਆਪਣੇ ਨਾਲ ਮੇਲ ਲਿਆ ਹੈ। ਰਖੇ ਗਲ ਲਾਏ ਉਹਨਾਂ ਦੀ ਔਗਣ ਬਖਸ਼ ਕੇ ਆਪਣੇ ਅਭੇਦ ਨਿਸ਼ਚੇ ਰੂਪ ਗੱਲ ਨਾਲ ਲਾ ਕੇ ਸੰਤ ਗੁਰਸਿੱਖ ਭਗਤਾਂ ਨੂੰ ਵਾਹਿਗੁਰੂ ਜੀ ਨੇ ਆਪ ਰੱਖਣਾ ਕੀਤਾ ਹੈ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਅੰਧ ਕੂਪ ਤੇ ਕਾਢਿਆ ਨਾ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਆ ਨਾ ਰੱਖੇ ਗਲ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ।